ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਆਪਾਂ ਨੂੰ ਇਸ ਭਾਗੀਆਂ ਘੜੀਆਂ ਮਿਲੀਆਂ ਨੇ। ਗਰੀਬ ਨਵਾਜ਼ ਸਾਡੇ ਸਾਰਿਆਂ 'ਤੇ ਕਿਰਪਾ ਕਰਨ। ਇਹਨਾਂ ਸੁਨਹਿਰੀ ਘੜੀਆਂ ਦਾ ਫਾਇਦਾ ਉਠਾਈਏ, ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਯਤਨ ਕਰੀਏ। ਅੱਜ ਸਤਿਗੁਰੂ ਆਪਣੇ ਪਵਿੱਤਰ ਪਾਵਨ ਅੰਗ 232 ਤੋਂ ਹੇਠਾਂ ਵਾਲੀ ਪੰਗਤੀ ਹੈ, ਉੱਥੋਂ ਆਪਾਂ ਨੂੰ ਪਵਿੱਤਰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਗਰੀਬ ਨਵਾਜ਼ ਕਿਰਪਾ ਕਰਕੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਆਪਣੀ ਬਾਣੀ ਦੀ ਵਿਚਾਰ ਆਪ ਹੀ ਕਰਵਾ ਲੈਣ। ਗੌੜੀ ਮਹਿਲਾ ਤੀਜਾ। ਮਨ ਹੀ ਮਨ ਸਵਾਰਿਆ, ਭੈ ਸਹਿਜ ਸੁਭਾਏ, ਸ਼ਬਦ ਮਨ ਰੰਗਿਆ ਲਿਵ ਲਾਏ, ਨਿਜ ਘਰ ਵਸਿਆ ਪ੍ਰਭ ਕੀ ਰਜ਼ਾਏ। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਆਪਣੀ ਮਹਾ ਮੁਬਾਰਕ ਪਰਮ ਪਾਵਨ ਅਤੇ ਸੱਚੀ ਸੁੱਚੀ ਮਹਾ ਮਿਠੜੀ ਰਸਨਾ ਦੁਆਰਾ ਫਰਮਾਉਂਦੇ ਨੇ, ਮਨ ਹੀ ਮਨ ਸਵਾਰਿਆ। ਸਾਧ ਸੰਗਤ ਜੀ, ਮਨ ਨੂੰ ਮਨ ਹੀ ਸਵਾਰਦਾ। ਕਿਵੇਂ? ਮਨ ਕੀ ਹੈ? ਮਨ ਕੋਈ ਸਥੂਲ ਸਾਡੇ ਸਰੀਰ ਦਾ ਅੰਗ ਜਾਂ ਹਿੱਸਾ ਪੁਰਜਾ ਨਹੀਂ। ਅਸੀਂ ਅਨੰਤ ਜਨਮਾਂ ਤੋਂ ਇਹ ਯਾਤਰਾ ਕਰਦੇ ਆ ਰਹੇ ਹਾਂ। ਜਿਹੜੀਆਂ ਜੂਨਾਂ ਦੇ ਵਿੱਚ ਅਸੀਂ ਜਨਮ ਲਿਆ, ਚਾਹੇ ਫਰਜ਼ ਕਰ ਲਓ ਅਸੀਂ 100 ਜਨਮ ਇੱਕ ਮਨੁੱਖਾ ਜੂਨ ਦੇ ਹੀ ਲੈ ਲਿਆ, ਤਾਂ ਉਹ ਸਾਰੀਆਂ ਜੂਨਾਂ ਦੇ ਜਿੰਨੀਆਂ ਜੂਨਾਂ ਦੇ ਵਿੱਚੋਂ ਲੰਘ ਕੇ ਆਏ ਹਾਂ, ਉਹਦੇ ਸੰਸਕਾਰ ਅਸੀਂ ਲੈ ਕੇ ਜੰਮੇ ਹਾਂ। ਉਹ ਸਾਰੇ ਸੰਸਕਾਰਾਂ ਦੇ ਸੰਗ੍ਰਹਿ ਨੂੰ ਮਨ ਕਹਿੰਦੇ ਨੇ। ਹੁਣ ਜਿਵੇਂ ਆਪਾਂ ਕਹਿੰਦੇ ਜੀ ਮੇਰਾ ਮਨ ਨਹੀਂ ਲੱਗਦਾ, ਮਨ ਕਿਉਂ ਨਹੀਂ ਲੱਗਦਾ? ਅਸੀਂ ਜਦੋਂ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਤਾਂ ਨਾਮ ਬਾਣੀ ਦੇ ਵਿੱਚ ਹੈਗੀ ਆ ਬਹੁਤ ਜ਼ਿਆਦਾ ਤਾਕਤ, ਬੜੀ ਸ਼ਕਤੀ ਹੈ। ਉਹ ਸਾਡੇ ਅੰਦਰੋਂ ਜਿਹੜੇ ਪੁਰਾਣੇ ਸੰਸਕਾਰ ਨੇ, ਪੁਰਾਣੀ ਸੰਸਕਾਰਾਂ ਦੀ ਮੈਲ ਹੈ, ਉਹਨੂੰ ਬਾਹਰ ਕੱਢਦੀ ਹੈ। ਸਾਡੇ ਮਨ 'ਚ ਕਈ ਵਾਰੀ ਉਹ ਖਿਆਲ ਆ ਜਾਂਦੇ ਨੇ ਜਿਹੜੇ ਕਦੇ ਪਤਾ ਨਹੀਂ ਕਿੱਦਾਂ ਦੇ ਭੁੱਲੇ ਵਿਸਰੇ ਹੁੰਦੇ ਨੇ। ਇਹ ਤੋਂ ਘਬਰਾਉਣਾ ਨਹੀਂ ਚਾਹੀਦਾ, ਫਿਰ ਆਪਣੇ ਲੱਗੇ ਰਹਿਣਾ ਚਾਹੀਦਾ। ਮਨ ਹੀ ਮਨ ਸਵਾਰਿਆ, ਭੈ ਸਹਿਜ ਸੁਭਾਏ। ਗੁਰੂ ਦੇ ਪਰਮਾਤਮਾ ਦੇ ਭੈ ਦੇ ਵਿੱਚ ਸਹਿਜ ਦੇ ਨਾਲ ਇਹ ਜਿਹੜਾ ਮਨ ਹੈ, ਮਨ ਨੂੰ ਮਨ ਹੀ ਸਵਾਰਦਾ। ਸ਼ਬਦ ਮਨ ਰੰਗਿਆ ਲਿਵ ਲਾਏ। ਗੁਰੂ ਦੇ ਸ਼ਬਦ ਦੇ ਵਿੱਚ ਲਿਵ ਜੋੜਨ ਦੇ ਨਾਲ ਗੁਰੂ ਸ਼ਬਦ ਦੇ ਰੰਗ ਵਿੱਚ ਹੀ ਰੰਗਿਆ ਜਾਂਦਾ। ਸਾਧ ਸੰਗਤ ਜੀ, ਆਪਾਂ ਕਈ ਵਾਰੀ ਕਹਿੰਦੇ ਯਾਰ ਮਨ ਤਾਂ 40 ਸਾਲ ਹੋ ਗਏ ਨਿਤਨੇਮ ਕਰਦੇ ਨੂੰ। ਕੋਈ ਕਹਿੰਦਾ ਯਾਰ ਮੈਂ ਬਜ਼ੁਰਗ ਹੋ ਗਿਆ, ਸਾਰੀ ਉਮਰ ਬਾਣੀ ਪੜ੍ਹਦਾ ਰਿਹਾ, ਮੇਰੇ 'ਤੇ ਕੋਈ ਤਬਦੀਲੀ ਨਹੀਂ ਆਈ, ਮੇਰੇ 'ਤੇ ਕੋਈ ਅਸਰ ਨਹੀਂ ਹੋਇਆ। ਉਹਦਾ ਕਾਰਨ ਸਾਡੇ ਤਨ ਨੇ ਨਹੀਂ ਬਦਲਣਾ ਹੁੰਦਾ ਸਾਡੇ ਮਨ ਨੇ। ਮਨ ਉਹ ਪਾਠ ਦੇ ਵਿੱਚ, ਉਹ ਬਾਣੀ ਦੇ ਪਾਠ ਪਠਣ 'ਚ, ਨਾ ਬਾਣੀ ਦੇ ਅਭਿਆਸ ਦੇ ਵਿੱਚ ਸ਼ਾਮਲ ਹੀ ਨਹੀਂ ਹੁੰਦਾ। ਸਾਡੇ ਇਹ ਪ੍ਰੋਬਲਮ ਐਸੀ ਹੈ ਕਿ ਹੁਣ ਅਸੀਂ ਸਤਸੰਗਤ ਦੇ ਵਿੱਚ ਆਏ ਹਾਂ। ਬਹੁਤ ਭਾਗਾਂ ਵਾਲੇ ਹੋਣਗੇ ਘੱਟ ਜਿਨ੍ਹਾਂ ਦਾ ਮਨ ਇਹ ਬਾਣੀ ਦੇ ਵਿੱਚ 100 ਦਾ 100% ਹਾਜ਼ਰ ਹੋਏਗਾ। ਮਨ ਤਾਂ ਬਾਹਰ ਗੇੜੇ ਖਾਈ ਜਾਂਦਾ। ਇਸ ਕਰਕੇ ਕਿਉਂਕਿ ਗੁਰੂ ਦੀ ਸੰਗਤ ਨਹੀਂ ਕਰਦਾ, ਇਸ ਕਰਕੇ ਜੇ ਤਬਦੀਲੀ ਨਹੀਂ ਆਉਂਦੀ। ਜਦੋਂ ਆਪਾਂ ਇਸ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਜੋੜਦੇ ਹਾਂ, ਗੁਰੂ ਦੇ ਚਰਨਾਂ ਨਾਲ ਇਹ ਜੁੜਦਾ ਹੈ, ਫਿਰ ਕਿਉਂਕਿ ਗੁਰੂ ਦੇ ਚਰਨ ਹੈਗੇ ਨੇ ਪਰਮ ਪਾਰਸ। ਸਾਡਾ ਮਨ ਹੈਗਾ ਲੋਹਾ, ਮਨੂਰ, ਜੰਗਾਲਿਆ ਹੋਇਆ ਲੋਹਾ। ਫਿਰ ਸਾਡਾ ਮਨ ਸੋਨਾ ਬਣੇਗਾ ਜਦੋਂ ਗੁਰੂ ਚਰਨਾਂ ਨਾਲ ਜੁੜਦਾ। ਜਦੋਂ ਨਹੀਂ ਜੁੜਦਾ, ਜਦੋਂ ਜੁੜਦਾ ਵੀ ਹੈ, ਫਿਰ ਵੀ ਇੱਕ ਪ੍ਰੋਬਲਮ ਹੈ ਇਹਦੇ ਉੱਤੇ ਬੜੀ ਨਾ ਸੂਖਮ ਜੀ ਹਉਮੈ ਦੀ ਲੈਮੀਨੇਸ਼ਨ ਹੋਈ ਹੁੰਦੀ ਹੈ, ਬੜੀ ਸੂਖਮ ਜੀ। ਉਹ ਸਾਨੂੰ ਪਤਾ ਹੀ ਨਹੀਂ ਲੱਗਦਾ। ਮੈਂ ਤਾਂ ਸਤਸੰਗਤ 'ਚ ਆਇਆ ਜੀ, ਮੈਂ ਤਾਂ ਰੋਜ਼ ਆਉਣਾ ਜੀ। ਇਹ ਬਰੀਕ ਬੜੀ ਮਹੀਨ ਹੁੰਦੀ ਹੈ। ਉਹ ਗੁਰੂ ਚਰਨਾਂ ਦੇ ਨਾਲ ਪੂਰਾ ਨਾ ਜੁੜਨ ਕਾਰਨ ਸਾਡੇ ਮਨ 'ਚ ਤਬਦੀਲੀ ਨਹੀਂ ਆਉਂਦੀ। ਮਹਾਰਾਜ ਕਹਿੰਦੇ ਲਿਵ ਲਾਏ। ਜਦੋਂ ਇਹ ਹਉਮੈ ਦੀ ਲੈਮੀਨੇਸ਼ਨ ਪਾੜ ਕੇ, ਹਉਮੈ ਦੀ ਪਰਤ ਪਾੜ ਕੇ ਗੁਰੂ ਚਰਨਾਂ ਨੂੰ ਲਿਵ ਜੋੜਦਾ, ਫਿਰ ਇਹ ਸ਼ਬਦ ਦੀ ਰੰਗਣ, ਸ਼ਬਦ ਦੇ ਰਾਹੀਂ ਇਹ ਮਨ ਰੰਗਿਆ ਜਾਂਦਾ ਹੈ। ਸਾਧ ਸੰਗੀ, ਰੰਗੇ ਹੋਏ ਮਨ ਦੀ ਪਹਿਚਾਣ ਕੀ ਹੈ? ਪਹਿਲਾਂ ਤਾਂ ਉਹਦੇ ਵਿੱਚ ਇਨਸਾਨੀਅਤ ਆਊਗੀ, ਮਨੁੱਖਤਾ ਆਊਗੀ। ਮਨੁੱਖਤਾ ਦਾ ਕੀ ਫਰਜ਼ ਕਰ ਲਓ, ਆਪਾਂ ਬਿੱਲ ਭਰਨ ਗਏ ਹਾਂ,
ਜਾਂ ਡਾਕਟਰ ਕੋਲ ਗਏ ਆ, ਉਹ 'ਚ ਇਨਸਾਨੀਅਤ ਇਹ ਆਊਗੀ ਕਿ ਯਾਰ ਇਹ ਜਿਹੜੇ 4 ਬੰਦੇ 5 ਬੰਦੇ ਮੈਥੋਂ ਪਹਿਲਾਂ ਬੈਠੇ ਨੇ ਵੀ ਇਹਨਾਂ ਦੀ ਵਾਰੀ ਆਉਣੀ ਚਾਹੀਦੀ ਆ। ਜੇ ਮੇਰੇ 'ਚ ਇਨਸਾਨੀਅਤ ਨਹੀਂ, ਮੈਂ ਸੋਚੂੰਗਾ ਬੈਠੇ ਨੇ ਖਾਣ ਖਸਮਾਂ ਨੂੰ, ਮੈਂ ਸਿਫਾਰਿਸ਼ ਕਰਾਂਗਾ ਕਿ ਮੈਂ ਪਹਿਲਾਂ ਜਾਵਾਂਗਾ, ਬਿੱਲ ਭਰਾਂਗਾ, ਸਾਈਡ ਤੋਂ ਦੀ ਜਾਵਾਂਗਾ ਜਾਂ ਅੰਦਰ ਦੀ ਭਰਾਉਣ ਦੀ ਕੋਸ਼ਿਸ਼ ਕਰਾਂਗਾ। ਰੰਗੇ ਹੋਏ ਮਨ ਦੀ ਪਹਿਚਾਣ ਇਹ ਹੁੰਦੀ ਹੈ, ਉਹ ਸਾਰਿਆਂ ਨੂੰ ਸਤਿਕਾਰ ਦਿੰਦਾ, ਉਹਨੂੰ ਸਾਰਿਆਂ ਦੇ ਵਿੱਚ ਰੱਬ ਮਹਿਸੂਸ ਹੁੰਦਾ, ਉਹ ਸਾਰਿਆਂ ਦੇ ਦਰਦ ਨੂੰ ਸਮਝਦਾ। ਨਿਜ ਘਰ ਵਸਿਆ ਪ੍ਰਭ ਕੀ ਰਜ਼ਾਏ, ਜਦੋਂ ਇਹ ਪਰਮਾਤਮਾ ਦੀ ਰਜ਼ਾ ਨੂੰ ਮੰਨ ਲੈਂਦਾ, ਜਦੋਂ ਇਹ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ, ਤਾਂ ਇਹ ਆਪਣੇ ਨਿਜ ਘਰ 'ਚ ਵਸਦਾ। ਸਾਡਾ ਸੁਭਾਅ ਅਜੇ ਪਰਮਾਤਮਾ ਨੂੰ ਮਿੱਠਾ ਕਰਕੇ, ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲਾ ਨਹੀਂ ਬਣਿਆ। ਸਾਧ ਸੰਗਤ ਜੀ, ਇਹ ਗੱਲਾਂ ਕਰਨੀਆਂ ਤਾਂ ਬੜੀਆਂ ਸੌਖੀਆਂ ਨੇ, ਪਰ ਹੈ ਬਹੁਤ ਔਖਾ ਕੰਮ ਹੈ ਭਾਣੇ ਨੂੰ ਮੰਨਣਾ। ਅੱਜ ਤਾਂ ਜੇ ਕਿਤੇ 5 ਮਿੰਟ ਲੇਟ ਹੁੰਦੇ ਹੋਈਏ ਫਿਰ ਘਬਰਾ ਜਾਂਦੇ ਹਾਂ, 4 ਦਿਨ ਬਾਣੀ 'ਚ ਮਨ ਨਾ ਲੱਗੇ ਫਿਰ ਘਬਰਾ ਜਾਂਦੇ ਹਾਂ, ਜੇ 4 ਦਿਨ ਲੱਗ ਗਿਆ ਫਿਰ ਹਉਮੈ 'ਚ ਆ ਜਾਂਦੇ ਹਾਂ। ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਦਾ ਇਹ ਹੁੰਦਾ ਵੀ ਬੰਦੇ ਨੂੰ ਸਮਤੋਲ ਰਹਿੰਦਾ। ਫਿਰ ਬੰਦਾ ਸਤਿਗੁਰ ਸੇਵਿਆ ਜਾਏ ਅਭਿਮਾਨ, ਗੋਬਿੰਦ ਪਾਈਆ ਗੁਣੀ ਨਿਧਾਨ। ਸਤਿਗੁਰੂ ਦੇ ਸੇਵਨ ਦੇ ਨਾਲ, ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਬੰਦੇ ਦੇ ਮਨ 'ਚੋਂ ਅਭਿਮਾਨ ਚਲਿਆ ਜਾਂਦਾ ਹੈ। ਅਭਿਮਾਨ ਬਣੇ ਹਉਮੈ, ਹੰਕਾਰ। ਸਾਧ ਸੰਗਤ ਜੀ, ਸਤਿਗੁਰੂ ਦੀ ਸੇਵਾ ਦੇ ਵਿੱਚ ਬਹੁਤ ਜ਼ਿਆਦਾ ਬਰਕਤਾਂ ਨੇ। ਉਦਾਹਰਣ ਭਾਈ ਲਹਿਣਾ ਜੀ ਦੇਵੀ ਮਾਤਾ ਦੀ ਪੂਜਾ ਕਰਨ ਵਾਲੇ ਸੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ, ਸੇਵਾ ਕੀਤੀ। ਸੇਵਾ ਵੀ ਕਿ ਮੇਰੇ ਵਰਗੇ ਵਾਂਗੂ ਨਹੀਂ ਕੀਤੀ ਦਿਖਾਵੇ ਦੀ ਜਾਂ ਲੋਕਾਂ ਨੂੰ ਖੁਸ਼ ਕਰਨ ਵਾਸਤੇ, ਅੰਦਰਲੇ ਮਨੋਂ ਭਿੱਜ ਕੇ ਸੇਵਾ ਕੀਤੀ। ਅੰਦਰੋਂ ਹਉਮੈ ਚਲੀ ਗਈ। ਨਤੀਜਾ ਕੀ ਨਿਕਲਿਆ? ਯਾਤਰਾ ਭਾਈ ਲੈਣ ਤੋਂ ਸ਼ੁਰੂ ਕੀਤੀ ਸੀ ਤੇ ਪਹੁੰਚ ਗਏ ਗੁਰੂ ਅੰਗਦ ਦੇਵ ਮਹਾਰਾਜ ਦੇ ਪਰਮ ਪਦ ਤੇ। ਉਹਨਾਂ ਦੇ ਕੁੜਮ, ਭਾਵ ਕੁੜਮ ਦੇ ਭਰਾ ਕੁੜਮੇ ਲੱਗੇ। ਬਾਬਾ ਅਮਰਦਾਸ ਆਏ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਤੇ। ਬਾਬਾ ਅਮਰਦਾਸ ਸੇਵਾ ਕੀਤੀ, ਭਿੱਜ ਕੇ ਕੀਤੀ, ਲੋਕ ਦਿਖਾਵੇ ਤੋਂ ਉੱਪਰ ਉੱਠ ਕੇ ਕੀਤੀ। ਨਤੀਜਾ ਕੀ ਨਿਕਲਿਆ? ਤੀਸਰੇ ਗੁਰੂ ਨਾਨਕ ਦੇਵ ਮਹਾਰਾਜ ਦੀ ਉਪਾਧੀ ਨਾਲ ਨਵਾਜੇ ਗਏ। ਜਿਹਦੀ ਸੇਵਾ ਕੀਤੀ ਉਸੇ ਦਾ ਹੀ ਰੂਪ ਹੋ ਗਏ। ਭਾਈ ਜੇਠਾ ਜੀ ਆਏ, ਜਿਨ੍ਹਾਂ ਦੇ ਨਾ ਮਾਂ ਹੈ, ਨਾ ਬਾਪ ਹੈ, ਨਾ ਕਿਸੇ ਹੋਰ ਰਿਸ਼ਤੇਦਾਰ ਨੇ ਬਾਂਹ ਫੜੀ, ਬਿਲਕੁਲ ਅਨਾਥ ਨੇ, ਸੰਪਤੀ ਵੀ ਕੋਈ ਨਹੀਂ, ਰੁਪਈਆ ਪੈਸਾ ਵੀ ਕੋਈ ਨਹੀਂ ਕੋਲ। ਸੇਵਾ ਕੀਤੀ ਚਿੱਤ ਮਨ ਲਾ ਕੇ। ਨਤੀਜਾ ਕੀ ਨਿਕਲਿਆ? ਭਾਈ ਜੇਠੇ ਤੋਂ ਧੰਨ 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 ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪਰਮ ਪਦ ਤੇ ਸੁਸ਼ੋਭਿਤ ਹੋ ਗਏ। ਗੁਰੂ ਦੀ ਸੇਵਾ ਦੇ ਨਾਲ ਮਹਾਰਾਜ ਕਹਿੰਦੇ ਅਭਿਮਾਨ ਚਲਿਆ ਜਾਂਦਾ ਹੈ। ਗੋਬਿੰਦ ਪਾਈਆ ਗੁਣੀ ਨਿਧਾਨ। ਇੱਥੋਂ ਤੱਕ ਜਿਹੜਾ ਗੁਣਾਂ ਦਾ ਖਜ਼ਾਨਾ ਹੈ ਪਰਮਾਤਮਾ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਸਾਧ ਸੰਗਤ ਜੀ, ਆਪਾਂ ਵੀ ਗਾਉਣ ਦੀ ਕੋਸ਼ਿਸ਼ ਕਰਦੇ ਹਾਂ, ਦੇਖਦੇ ਹਾਂ ਸਤਿਗੁਰੂ ਆਪਾਂ ਨੂੰ ਕਿੰਨੀ ਕੁ ਕਾਮਯਾਬੀ ਬਖਸ਼ਦੇ ਨੇ। ਸਤਿਗੁਰ ਸੇਵਿਆ ਜਾਏ ਅਭਿਮਾਨ, ਸਤਿਗੁਰ ਸੇਵਿਆ ਜਾਏ ਅਭਿਮਾਨ, ਸਤਿਗੁਰ ਸੇਵਿਆ ਜਾਏ ਅਭਿਮਾਨ, ਸਤਿਗੁਰ ਸੇਵਿਆ ਜਾਏ ਅਭਿਮਾਨ। ਗੋਵਿੰਦ ਪਾਈਐ ਗੁਣੀ ਨਿਧਾਨ, ਗੋਬਿੰਦ ਪਾਈਐ ਗੁਣੀ ਨਿਧਾਨ, ਗੋਬਿੰਦ ਪਾਈਐ ਗੁਣੀ ਨਿਧਾਨ, ਗੋਬਿੰਦ ਪਾਈਐ ਗੁਣੀ ਨਿਧਾਨ। ਸਤਿਗੁਰੂ ਫਰਮਾਉਂਦੇ ਨੇ, ਸਤਿਗੁਰ ਕੀ ਸੇਵਾ ਕਠਿਨ ਹੈ, ਜੇ ਕੋ ਕਰੇ ਚਿਤ ਲਾਏ। ਹੈ ਔਖੀ ਹੈ। ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ। ਹੈ ਬਹੁਤ ਔਖੀ, ਪਰ ਹੈ ਇਹ ਸੁੱਖਾਂ ਦੀ ਖਾਣ।
ਗਰੀਬ ਨਵਾਜ਼ ਅੱਗੇ ਰਹਾਉ ਤੋਂ ਬਾਅਦ ਫਰਮਾਉਂਦੇ ਨੇ, ਮਨ ਬੈਰਾਗੀ ਜਾਂ ਸ਼ਬਦ ਭਾਉ ਖਾਏ, ਮੇਰਾ ਪ੍ਰਭ ਨਿਰਮਲਾ ਸਭ ਤੈ ਰਹਿਆ ਸਮਾਏ, ਗੁਰ ਕਿਰਪਾ ਤੇ ਮਿਲੈ ਮਿਲਾਏ। ਮਨ ਵੈਰਾਗੀ ਤਾਂ ਹੁੰਦਾ ਸਾਧ ਸੰਗਤ ਜੀ। ਵੈਰਾਗੀ ਦਾ ਮਤਲਬ ਮਾਇਆ ਤੋਂ ਉਪਰਾਮ ਹੋ ਜਾਣਾ, ਸੰਸਾਰ ਤੋਂ ਡੀ ਅਟੈਚ ਹੋ ਜਾਣਾ, ਅਲਿਪਤ ਹੋ ਜਾਣਾ, ਅਤੀਤ ਹੋ ਜਾਣਾ। ਜਿਹੜੀ ਇਹ ਮਾਇਆ ਹੈ, ਮਾਇਆ ਦੇ ਆਸਰ ਤੋਂ ਮੁਕਤ ਹੋ ਜਾਣਾ, ਉਹਨੂੰ ਕਹਿੰਦੇ ਨੇ ਬੈਰਾਗੀ। ਰਾਗ ਪ੍ਰੇਮ ਮੋਹ ਨੂੰ ਕਹਿੰਦੇ ਨੇ, ਮੋਹ ਤੋਂ ਉੱਪਰ ਉੱਠ ਜਾਣਾ। ਅਸਲ ਦੇ ਵਿੱਚ ਮਨ ਵੈਰਾਗੀ ਤਦ ਹੁੰਦਾ ਹੈ ਜਦੋਂ ਉਹ ਸ਼ਬਦ ਦੇ ਭਾਵ ਦੇ ਵਿੱਚ ਰਹਿੰਦਾ ਹੈ, ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਯਾਦ ਕਰਦਾ ਹੈ। ਜਦੋਂ ਉਹਦੇ ਮਨ ਦੇ ਵਿੱਚ ਕੋਈ ਨਕਾਰਾਤਮਕ ਸੋਚ ਆਉਂਦੀ ਹੈ, ਜਿਹਨੂੰ ਆਪਾਂ ਨੈਗੇਟਿਵਿਟੀ ਕਹਿੰਦੇ ਹਾਂ, ਤਾਂ ਉਹ ਗੁਰੂ ਦੇ ਉਪਦੇਸ਼ ਨੂੰ ਯਾਦ ਕਰਦਾ, ਨਹੀਂ ਯਾਰ ਮੇਰੇ ਗੁਰੂ ਨੇ ਤਾਂ ਆਹ ਕਿਹਾ ਹੋਇਆ, ਮੈਂ ਆਹ ਲੱਗਿਆ ਕਰਨ। ਉਹਦੇ ਭੈ ਦੇ ਵਿੱਚ ਰਹਿੰਦਾ ਹੋਇਆ ਆਪਣੇ ਆਪ ਨੂੰ ਪਾਪਾਂ ਵਿਕਾਰਾਂ ਵੱਲੋਂ ਮੋੜਦਾ। ਜਦੋਂ ਮਨ ਸੰਸਾਰ 'ਚ ਖਚਿਤ ਹੋਣ ਲੱਗਦਾ, ਗੁਰੂ ਦੇ ਉਪਦੇਸ਼ ਨੂੰ ਯਾਦ ਕਰਦਿਆਂ ਹੋਇਆ ਉਹ ਯਾਦ ਕਰਦਾ ਹੈ ਕਿ ਕਾਕੀ ਮਾਈ ਕਾਕੋ ਬਾਪ ਨਾਮ ਧਰੀਕ ਝੂਠੇ ਸਭ ਸਾਖ। ਇਹਨਾਂ ਵਾਸਤੇ ਮੈਨੂੰ ਪਾਪ ਕਰਨ ਦੀ ਕੀ ਲੋੜ ਹੈ। ਇਹ ਤਾਂ ਇੱਕ ਜਿਵੇਂ ਆਪਣੇ ਸਫ਼ਰ ਦੇ ਸਾਥੀ ਨੇ, ਇਹਨਾਂ ਨੇ ਪਤਾ ਨਹੀਂ ਕਿਹੜੇ ਸਟੇਸ਼ਨ 'ਤੇ ਉਤਰ ਜਾਣਾ, ਮੈਂ ਪਹਿਲਾਂ ਉਤਰਨਾ ਜਾਂ ਇਹਨਾਂ ਨੇ ਪਹਿਲਾਂ ਉਤਰ ਜਾਣਾ, ਆਪਾਂ ਇਹਨਾਂ ਵਾਸਤੇ ਕਿਉਂ ਪਾਪ ਕਰੀਏ। ਫਿਰ ਜਦੋਂ ਬੰਦਾ ਇਸ ਦਾ ਅਭਿਆਸ ਕਰਦਾ ਰਹਿੰਦਾ, ਗੁਰੂ ਦੇ ਭੈ ਨੂੰ ਖਾਂਦਾ ਹੋਇਆ, ਗੁਰੂ ਦੇ ਭੈ ਦੇ ਵਿੱਚ ਵਿਚਰਦਾ, ਇਹ ਮਨ ਵੈਰਾਗੀ ਹੋ ਜਾਂਦਾ। ਫਿਰ ਉਹ ਦੁੱਖ ਸੁੱਖ ਤੋਂ ਉੱਪਰ ਹੋ ਜਾਂਦਾ। ਮੇਰਾ ਪ੍ਰਭ ਨਿਰਮਲਾ ਸਭ ਤੈ ਰਹਿਆ ਸਮਾਏ। ਫਿਰ ਵੈਰਾਗੀ ਮਨ ਨੂੰ ਇੱਕ ਚੀਜ਼ ਦਿਸਦੀ ਹੈ ਕਿ ਮੇਰਾ ਪਰਮਾਤਮਾ ਅਤੀ ਨਿਰਮਲ ਹੈ। ਉਹ ਇਕੱਲਾ ਗੁਰਦੁਆਰੇ ਨਹੀਂ ਬੈਠਾ, ਬਲਕਿ ਉਹ ਸਾਰੀਆਂ ਥਾਵਾਂ 'ਤੇ ਹੈ। ਸਾਡੇ ਘਰ 'ਚ ਵੀ ਹੈ, ਸਾਡੀ ਰਸੋਈ 'ਚ ਵੀ ਹੈ, ਸਾਡੇ ਗੁਸਲਖਾਨੇ 'ਚ ਵੀ ਹੈ, ਸਾਡੇ ਬੈੱਡਰੂਮ 'ਚ ਵੀ ਹੈ, ਸਾਰੀਆਂ ਥਾਵਾਂ ਦੇ ਉੱਤੇ ਉਹੀ ਹੈ। ਉਹ ਤੋਂ ਬਗੈਰ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ। ਇਹ ਬੈਰਾਗੀ ਮਨ ਦੀ ਇੱਕ ਪਹਿਚਾਣ ਹੈ। ਸਾਧ ਸੰਗਤ ਜੀ, ਸਾਨੂੰ ਤਾਂ ਕੋਈ ਦੁਸ਼ਮਣ ਦਿੰਦਾ, ਕੋਈ ਮਿੱਤਰ ਦਿੰਦਾ, ਕੋਈ ਆਪਣਾ ਦਿੰਦਾ, ਕੋਈ ਬੇਗਾਨਾ ਦਿਸਦਾ। ਜਦੋਂ ਗੁਰੂ ਦੇ ਭੈ ਦੇ ਵਿੱਚ ਰਹਿ ਕੇ ਸੰਸਾਰ ਤੋਂ ਨਿਰਲੇਪ ਹੋ ਗਿਆ ਮਨ, ਫਿਰ ਉਸ ਨੂੰ ਪਰਮਾਤਮਾ ਹੀ ਦਿਸੇਗਾ। ਉਹ ਤਾਂ ਫਿਰ ਬੜੇ ਪਿਆਰ ਦੇ ਵਿੱਚ ਕਹੇਗਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਗੁਰ ਕਿਰਪਾ ਤੇ ਮਿਲੈ ਮਿਲਾਏ। ਸਾਧ ਸੰਗਤ ਜੀ, ਮਿਲਦਾ ਕਿਵੇਂ ਹੈ? ਇਹ ਅਵਸਥਾ ਪ੍ਰਾਪਤ ਕਿਵੇਂ ਹੁੰਦੀ ਹੈ? ਇਹ ਬੈਰਾਗ ਪ੍ਰਾਪਤ ਕਿਵੇਂ ਹੁੰਦਾ? ਗੁਰ ਕਿਰਪਾ ਤੇ, ਗੁਰੂ ਦੀ ਕਿਰਪਾ ਨਾਲ। ਮਿਲੈ ਮਿਲਾਏ, ਗੁਰੂ ਦੀ ਕਿਰਪਾ ਨਾਲ ਪਹਿਲਾਂ ਗੁਰੂ ਆਪਣੇ ਨਾਲ ਮਿਲਾਉਂਦਾ, ਫਿਰ ਪਰਮਾਤਮਾ ਨਾਲ ਮਿਲਾਉਂਦਾ। ਇਹ ਇੱਕ ਸੰਸਾਰ ਦਾ ਵਿਧਾਨ ਹੈ, ਜਿਹਨੂੰ ਆਪਾਂ ਰੂਲ ਕਹਿੰਦੇ ਹਾਂ, ਜਿਹਨੂੰ ਆਪਾਂ ਅਸੂਲ ਕਹਿੰਦੇ ਹਾਂ, ਇੱਕ ਨਿਯਮ ਹੈ। ਸਾਧ ਸੰਗਤ ਜੀ, ਅੱਜ ਤੱਕ ਸਿੱਧਾ ਪਰਮਾਤਮਾ ਨੂੰ ਨਾ ਕੋਈ ਮਿਲਿਆ, ਨਾ ਹੀ ਕੋਈ ਕਿਸੇ ਨੇ ਮਿਲਣਾ, ਨਾ ਕੋਈ ਮਿਲ ਸਕੇਗਾ, ਕਿਉਂਕਿ ਨਿਯਮ ਹੈ। ਉਦਾਹਰਣਾਂ ਦਿੱਤੀਆਂ ਨੇ ਸਤਿਗੁਰੂ ਨੇ ਵੀ ਜਿਵੇਂ ਪਾਣੀ ਬਗੈਰ ਕੱਪੜੇ ਨਹੀਂ ਧੋਤੇ ਜਾ ਸਕਦੇ, ਮਾਂ ਬਾਪ ਦੇ ਬਗੈਰ ਕੋਈ ਬੱਚਾ ਇਸ ਧਰਤੀ ਦੇ ਉੱਤੇ ਜਨਮ ਨਹੀਂ ਲੈ ਸਕਦਾ, ਨਾ ਇਕੱਲੀ ਮਾਂ ਜੰਮ ਸਕਦੀ ਹੈ, ਨਾ ਇਕੱਲਾ ਬਾਪ ਜੰਮ ਸਕਦਾ। ਇਸੇ ਤਰ੍ਹਾਂ ਇੱਕ ਨਿਯਮ ਹੈ, ਗੁਰੂ ਦੀ ਕਿਰਪਾ ਤੋਂ ਬਗੈਰ ਪਰਮਾਤਮਾ ਅੱਜ ਤੱਕ ਨਾ ਕਿਸੇ ਨੂੰ ਮਿਲਿਆ, ਨਾ ਮਿਲੇਗਾ। ਗੁਰ ਕਿਰਪਾ ਤੇ ਮਿਲਦਾ ਕਦੋਂ ਮਿਲਾਏ, ਜਦੋਂ ਗੁਰੂ ਦੇ ਚਰਨਾਂ ਨਾਲ ਮਿਲਦਾ ਹੈ, ਗੁਰੂ ਦੀ ਸੰਗਤ ਦੇ ਵਿੱਚ ਮਿਲਦਾ ਹੈ, ਤਾਂ ਉਹ ਫਿਰ ਪਰਮਾਤਮਾ ਨਾਲ ਮਿਲਦਾ। ਹਰ ਦਾਸਣ ਕੋ ਦਾਸ ਸੁਖ ਪਾਏ, ਮੇਰਾ ਪ੍ਰਭ ਮੇਰਾ ਹਰ ਪ੍ਰਭ ਇਨਵਿਤ ਪਾਇਆ ਜਾਏ, ਹਰ ਕਿਰਪਾ ਤੇ ਰਾਮ ਗੁਣ ਗਾਏ। ਹਰੀ ਦੇ ਦਾਸਾਂ ਦਾ ਦਾਸ ਬਣ ਕੇ। ਸਾਧ ਸੰਗਤ ਜੀ, ਹਉਮੈ ਨਾਲ ਕੁਛ ਨਹੀਂ ਪ੍ਰਾਪਤ ਹੁੰਦਾ। ਕਈ ਵਾਰੀ ਦੇਖਣ ਦੇ ਵਿੱਚ ਇਹ ਆਉਂਦਾ ਹੈ, ਮੁੱਦਤਾਂ ਹੋ ਜਾਂਦੀਆਂ ਨੇ ਸੇਵਾ ਕਰਦਿਆਂ ਨੂੰ, ਪਰ ਪੱਲੇ ਦੱਲੇ ਕੁਛ ਵੀ ਨਹੀਂ ਹੁੰਦਾ, ਕਿਉਂਕਿ ਅਜੇ ਉਸ ਨੇ ਆਪਣੇ ਆਪ ਨੂੰ ਸੰਗਤਾਂ ਦਾ ਦਾਸ ਹੀ ਨਹੀਂ ਸਮਝਿਆ। ਉਹ ਸੋਚਦਾ, ਮੈਂ ਲੰਗਰ ਦਾ ਪ੍ਰਬੰਧ ਕਰਦਾ, ਮੈਂ ਜਿਹੜਾ ਹੈ ਵਧੀਆ ਚੀਜ਼ ਬਣਾਉਣਾ, ਮੈਂ ਐਂ ਕਰਦਾ, ਮੈਂ ਵਾਹ ਕਰਦਾ। ਉਹ ਤਾਂ ਸੰਗਤ ਦੇ ਵਿੱਚ ਮੈਂ ਦੇਖਿਆ, ਹਾਲਾਂਕਿ ਚਲੋ ਝੂਠ ਛੱਡਣੀ ਮਾੜੀ ਗੱਲ ਹੈ, ਕਈ ਹੋਰ ਜਿਹੜੀਆਂ ਖਾਮੀਆਂ ਨੇ ਉਹ ਭੈੜੀਆਂ ਨੇ। ਜਿਹੜਾ ਦਾਸਾਂ ਦਾ ਦਾਸ ਹੋ ਗਿਆ, ਉਹ ਖਾਮੀਆਂ ਨੂੰ ਜੇ ਦੇਖਦਾ ਵੀ ਹੈ, ਦੇਖ ਕੇ ਅੰਡਿਠ ਕਰਦਾ,
ਜੇ ਸਮਝਾਉਂਦਾ ਵੀ ਹੈ ਤਾਂ ਉਹ ਬੜੇ ਪ੍ਰੇਮ ਦੇ ਨਾਲ, ਵੀਰ ਜੀ ਝੂਠ ਨਹੀਂ ਛੱਡਣੀ, ਕਿਉਂਕਿ ਅੰਨ ਭਗਵਾਨ ਹੈ, ਗੁਰੂ ਕਾ ਲੰਗਰ ਹੈ, ਝੂਠ ਛੱਡਿਆ ਪਾਪ ਲੱਗਦਾ। ਇਸ ਤਰੀਕੇ ਨਾਲ ਉਹ ਡੰਡੇ ਨਾਲ ਨਹੀਂ ਵੀ ਆ ਖਾਓ, ਨਹੀਂ ਮੈਂ ਆਪਣਾ ਇੱਥੇ ਬੈਠੇ ਰਹੋ, ਡੰਡੇ ਨਾਲ। ਕਿਉਂਕਿ ਜੇ ਦਾਸਾਂ ਦਾ ਦਾਸ ਹੋਣ 'ਤੇ ਸਾਧ ਸੰਗਤ ਜੀ ਸਮਾਂ ਤਾਂ ਲੱਗਦਾ ਹੀ ਲੱਗਦਾ, ਪਰ ਨਾਲ ਬੰਦਗੀ ਦੀ ਵੀ ਬੜੀ ਜਿਹੜੀ ਹੈ ਲੋੜ ਹੁੰਦੀ ਆ। ਸੇਵਾ ਕੀਤੀ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਨੇ, ਐਡੇ ਵੱਡੇ ਵਿਦਵਾਨ ਜਿਨ੍ਹਾਂ ਨੂੰ ਸਤਿਗੁਰੂ ਨੇ ਦੀਵਾਨ ਦੀ ਉਪਾਧੀ ਦੇ ਉੱਤੇ ਸੁਸ਼ੋਭਿਤ ਕੀਤਾ ਹੋਇਆ ਸੀ, ਜਿਨ੍ਹਾਂ ਨੂੰ 52 ਕਵੀਆਂ ਦਾ ਸਿਰਮੌਰ ਐਲਾਨਿਆ ਹੋਇਆ ਸੀ ਸਤਿਗੁਰੂ ਨੇ, ਜਿਨ੍ਹਾਂ ਨੂੰ ਗੁਰੂ ਕੇ ਚਰਨ ਕਮਲਾਂ ਦਾ ਭੌਰਾ ਨਾਂ ਦਾ ਖਿਤਾਬ ਮਿਲਿਆ ਹੋਇਆ ਸੀ। ਸੇਵਾ ਇੰਨੇ ਕੁ ਪ੍ਰੇਮ ਨਾਲ ਕਰਨੀ। ਦੇਖੋ ਜਦੋਂ ਗੁਰੂ ਮਹਾਰਾਜ ਸਰੀਰ ਕਰਕੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਸੀ ਨਾ, ਉਦੋਂ 13 ਲੰਗਰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ 8 ਪਹਿਰ ਚੱਲਦੇ ਹੁੰਦੇ ਸੀ। 13 ਲੰਗਰ। ਇੱਕ ਲੰਗਰ ਦੇ ਇੰਚਾਰਜ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਵੀ ਸੀ। ਗੁਰੂ ਮਹਾਰਾਜ ਸਾਧ ਸੰਗਤ ਜਿਹੜਾ ਧਰਮ ਦਾ ਸਿਲੇਬਸ ਹੈ ਨਾ, ਇਹ ਬਹੁਤ ਲੰਬਾ ਚੌੜਾ ਹੈ। ਗੁਰੂ ਇਹਦਾ ਟੀਚਰ ਵੀ ਹੈ, ਗੁਰੂ ਇਹਦਾ ਐਗਜ਼ਾਮੀਨਰ ਵੀ ਹੈ। ਪਤਾ ਨਹੀਂ ਕਿਹੜੇ ਵੇਲੇ ਸਿਲੇਬਸ ਦੇ ਕਿਹੜੇ ਚੈਪਟਰ 'ਚੋਂ ਕਦੋਂ ਇਮਤਿਹਾਨ ਲੈ ਲੇ, ਉਹਦੇ ਇਮਤਿਹਾਨ ਦੇ ਵਿੱਚੋਂ ਕੋਈ ਮਰਜ਼ੀ ਬੜਾ ਪਾਸ ਹੁੰਦਾ ਹੈ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋਸ ਹੈ ਜੋ ਮਰਜੀਵਾ ਹੋਏ। ਕੋਈ ਮਰਜੀਵੜਾ ਉਹ ਤੋਂ ਪਾਸ ਹੁੰਦਾ। ਹੁਣ ਗੁਰੂ ਕਲਗੀਧਰ ਚੋਜੀ ਪ੍ਰੀਤਮ ਨੇ ਸੋਚਿਆ ਵੀ ਚਲੋ ਇਹਨਾਂ ਦਾ ਟੈਸਟ ਕਰਕੇ ਆਈਏ। ਮਹਾਰਾਜ ਨੇ ਰਾਤ ਨੂੰ ਆਪਣਾ ਭੇਸ ਬਦਲਾ ਲਿਆ ਤੇ ਸਾਰੇ ਲੰਗਰਾਂ ਦੇ ਵਿੱਚ ਵਾਰੀ ਵਾਰੀ ਜਾਂਦੇ ਨੇ। ਕੋਈ ਕਹਿੰਦਾ ਭਾਈ ਗੁਰਸਿੱਖਾ ਬਹਿ ਜਾ, ਆਟਾ ਗੁੰਨਿਆ ਪਿਆ, ਦਾਲ ਆਪਣਾ ਰਿੱਝੇ ਪੈਣ ਵਾਲੀ ਹੈ, ਬਹਿ ਜਾ। ਉਹ ਕਹਿੰਦੇ ਵੀ ਮੈਨੂੰ ਭੁੱਖ ਲੱਗੀ ਹੈ। ਉਹ ਕਹਿੰਦੇ ਫਿਰ ਭੁੱਖ ਤਾਂ ਤੈਨੂੰ ਉਡੀਕ ਤਾਂ ਕਰਨੀ ਪਊਗੀ। ਕਿਸੇ ਲੰਗਰ 'ਚ ਗਿਆ, ਉਹ ਕਹਿੰਦੇ ਵੀ ਦੇਖ ਅਸੀਂ ਦਾਲ ਭਿਉਂਤੀ ਹੋਈ ਆ, ਬਸ ਧਰਨ ਲੱਗੇ ਹਾਂ, ਘੰਟਾ ਕੁ ਬੈਠ ਤੂੰ, ਬਣ ਜੂਗੀ। ਮਤਲਬ ਕਹਿਣ ਦਾ ਭਾਵ ਸਾਰੇ ਲੰਗਰਾਂ ਦੇ ਵਿੱਚੋਂ ਐਸੇ ਤਰ੍ਹਾਂ ਹੀ ਮੋੜੀ ਗਏ। ਜਦੋਂ ਅਖੀਰ 'ਤੇ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਦੇ ਲੰਗਰ 'ਚ ਗਏ ਤਾਂ ਉਹਨਾਂ ਨੇ ਦੇਖਿਆ ਉਹ ਜਿਹੜਾ ਛਾਬੇ ਦੇ ਵਿੱਚ 2 ਫੁਲਕੇ ਪਏ ਸੀ ਪ੍ਰਸ਼ਾਦੇ, ਅਤੇ ਉਹਨਾਂ ਨੇ ਅਚਾਰ ਵਗੈਰਾ ਰੱਖਿਆ ਅਤੇ ਉਹ ਪਾਣੀ ਦਿੱਤਾ। ਕਹਿੰਦੇ ਲੈ ਗੁਰਸਿੱਖਾ, ਕਿਉਂਕਿ ਜੇ ਸਤਿਗੁਰੂ ਆਪਣਾ ਸਵੰਗ ਬਦਲ ਲਏ ਸਾਧ ਸੰਗਤ ਜੀ, ਉਹ ਗੁਰੂ ਦੀ ਪਛਾਣ ਕੌਣ ਕਰ ਸਕਦਾ? ਕਿਸੇ ਨੂੰ ਵੀ ਨਹੀਂ। ਜੇ ਮਹਾਰਾਜ ਆਪਣੇ ਰੂਪ 'ਤੇ ਮਾਇਆ ਵਰਤਾ ਦੇਣ ਫਿਰ ਆਪਾਂ ਕਿਵੇਂ ਪਛਾਣ ਲਾਂਗੇ? ਹੁਣ ਭਾਈ ਨੰਦ ਲਾਲ ਸਿੰਘ ਨੇ ਉਹ ਕਹਿੰਦੇ ਗੁਰਸਿੱਖਾ ਤੂੰ ਬੈਠ, ਆਹ ਪ੍ਰਸ਼ਾਦੇ ਲੈ ਅਤੇ ਬਸ ਆਹ 2 ਮਿੰਟਾਂ ਨੂੰ ਮੈਂ ਹੁਣੇ ਪੇੜੇ ਕਰਕੇ ਨਾਲ ਦੀ ਨਾਲ ਤੇਰੇ ਮੁੱਕਣ ਤੋਂ ਪਹਿਲਾਂ ਪ੍ਰਸ਼ਾਦੇ ਤੈਨੂੰ ਦੇ ਦੇਣਾ। ਉਹੀ ਗੱਲ ਹੋਈ, ਉਹ ਅਚਾਰ ਦਿੱਤਾ ਪ੍ਰਸ਼ਾਦੇ ਅੱਜ, ਕਿਉਂਕਿ ਦਾਲ ਤਾਂ ਅੱਜ ਬਣਨ 'ਚ ਟਾਈਮ ਲੱਗਣਾ ਸੀ, ਅਤੇ ਪਾਸ ਹੋ ਗਏ। ਮਹਾਰਾਜ ਨੇ ਇੱਕ ਅੱਧਾ ਕੁ ਪ੍ਰਸ਼ਾਦਾ ਨਾ ਪੱਲੇ ਦੇ ਲੜ 'ਚ ਵੀ ਬੰਨ੍ਹ ਲਿਆਂਦਾ ਅੱਖ ਬਚਾ ਕੇ। ਸਾਧ ਸੰਗਤ ਜੀ ਸਵੇਰ ਨੂੰ ਬੁਲਾਇਆ, ਬੁਲਾ ਕੇ ਸਤਿਕਾਰ ਕੀਤਾ। ਇਹ ਹੁੰਦਾ ਸੇਵਾ ਭਾਵਨਾ। ਲੰਗਰ ਦੇ ਵਿੱਚ ਕੋਈ ਵੀ ਆ ਗਿਆ, ਸਭ ਨੂੰ ਰੱਬ ਦਾ ਰੂਪ ਜਾਣਨਾ। ਸੇਵਾ ਦਾ ਤਾਂ ਮਤਲਬ ਇਹੀ ਆ, ਹਰ ਦਾਸਣ ਕੋ ਦਾਸ ਸੁਖ ਪਾਏ। ਹਰੀ ਦੇ ਦਾਸਾਂ ਦਾ ਦਾਸ ਬਣ ਕੇ ਫਿਰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਐਦਾਂ ਪ੍ਰਾਪਤੀ ਨਹੀਂ ਹੁੰਦੀ ਹੈਗੀ। ਮੇਰਾ ਹਰ ਪ੍ਰਭ ਇਨ ਵਿਦ ਪਾਇਆ ਜਾਏ, ਮੇਰਾ ਪਰਮਾਤਮਾ ਹਰੀ ਪਰਮਾਤਮਾ ਇਸ ਤਰੀਕੇ ਨਾਲ ਪਾਇਆ ਜਾਂਦਾ ਕਿ ਜਦੋਂ ਬੰਦਾ ਬਹੁਤ ਜ਼ਿਆਦਾ ਨਿਮਰਤਾ ਦੇ ਵਿੱਚ ਆਉਂਦਾ, ਅਤੀ ਨਿਮਰਤਾ ਧਾਰਨ ਕਰਦਾ। ਸਤਿਗੁਰੂ ਨੇ ਕਿਹਾ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਸਾਧ ਸੰਗਤ ਜੀ ਜਿਹਦੇ ਅੰਦਰ ਨਿਮਰਤਾ ਉਹ ਹਮੇਸ਼ਾ ਮਿੱਠਾ ਬੋਲੇਗਾ। ਅਸੀਂ ਸੰਸਾਰਕ ਲੋਕ ਕਈ ਵਾਰੀ ਘੰਟਾ 2 ਘੰਟੇ ਤਾਂ ਮਿੱਠਾ ਬੋਲ ਲੈਂਦੇ ਹਾਂ, ਜਾਂ ਜਿੱਥੇ ਗਾਉਂ ਹੁੰਦੀ ਆ ਉੱਥੇ ਮਿੱਠਾ ਬੋਲ ਲੈਂਦੇ ਹਾਂ, ਪਰ ਜਿੱਥੇ ਕਿਤੇ ਕੋਈ ਇਮਤਿਹਾਨ ਪੈ ਜੇ ਸਾਡੀ ਨਿਮਰਤਾ ਕਿਧਰੇ ਚਲੀ ਜਾਂਦੀ ਹੈ, ਸਾਡੀ ਮਿਠਾਸ ਕਿਤੇ ਚਲੀ ਜਾਂਦੀ ਹੈ। ਬਾਬਾ ਜੀ ਨੇ ਆਪਾਂ ਨੂੰ ਕਿੰਨੇ ਵਾਰੀ ਕਹਾਣੀ ਸੁਣਾਈ ਹੈ, ਸਾਖੀ ਸੁਣਾਈ ਹੈ। ਕੋਈ ਸਾਧੂ ਸੀ, ਕੋਈ ਉਹਦੇ ਕੋਲ ਚਲਿਆ ਗਿਆ, ਪੁੱਛਿਆ ਬਾਬਾ ਜੀ ਤੁਹਾਡਾ ਨਾਂ ਕੀ ਆ? ਕਹਿੰਦਾ ਜੀ ਮੇਰਾ ਨਾਂ ਸ਼ਾਂਤੀ ਸਰੂਪ ਹੈ ਬੱਚੇ। ਠੀਕ ਆ ਬਾਬਾ ਜੀ। 5-7 ਗੱਲਾਂ ਹੋਈਆਂ, ਫੇਰ ਪੁੱਛ ਲਿਆ
ਉਹ ਯਾਰ ਤੈਨੂੰ ਦੱਸਿਆ ਤਾਂ ਹੈ ਮੇਰਾ ਨਾਂ ਸ਼ਾਂਤੀ ਸਰੂਪ ਹੈ। ਤੀਜੀ ਵਾਰ ਫਿਰ ਪੁੱਛਿਆ, ਜਣੀ ਫਿਰ ਅੱਖਾਂ ਲਾਲ ਕਰਕੇ ਦੱਸਿਆ। ਚੌਥੀ ਵਾਰੀ ਤਾਂ ਫਿਰ ਬਾਬਾ ਚਿਮਟਾ ਲੈ ਕੇ ਮਗਰ ਪੈ ਗਿਆ, ਕਹਿੰਦਾ ਮੈਂ ਦੱਸਦਾ ਤੈਨੂੰ ਸਮਾਰ ਕੇ ਮੇਰਾ ਨਾਂ ਕੀ ਹੈ। ਉਹ ਕਹਿੰਦੇ ਬਾਬੇ ਮੈਂ ਚੈੱਕ ਕਰਨਾ ਸੀ ਵੀ ਸ਼ਾਂਤੀ ਸਰੂਪ ਨਾਂ ਹੈ ਕਿ ਜਾਂ ਅੰਦਰੋਂ ਵੀ ਸ਼ਾਂਤੀ ਸਰੂਪ ਹੈ। ਬਿਲਕੁਲ ਮਿਲਦੀ ਜੁਲਦੀ ਸਾਖੀ ਇਸੇ ਤਰ੍ਹਾਂ ਹੀ ਗੁਰੂ ਕਲਗੀਧਰ ਪਿਤਾ ਦੇ ਦਰਬਾਰ ਦੇ ਵਿੱਚ ਜੋਗੀ ਆਏ, ਪਿੰਡਾਂ 'ਤੇ ਸਭਾ ਮਿਲੀ ਹੋਈ ਆ। ਹੁਣ ਭਾਈ ਸੁਥਰੇ ਸ਼ਾਹ ਵੀ ਸਟੇਜ 'ਤੇ ਬੈਠੇ ਨੇ। ਭਾਈ ਸੁਥਰੇ ਸ਼ਾਹ ਬਰਮ ਗਿਆਨ ਦੀ ਅਵਸਥਾ 'ਤੇ ਪਹੁੰਚੇ ਹੋਏ, ਇਹਨਾਂ ਦਾ ਆਪਣੀ ਤਰੀਕਾ ਸੀ। ਸਵਾਲ ਨਾਲ ਪੂਰੇ ਲਿਪੇ ਹੋਏ ਨੇ। ਉਹ ਇਹਨਾਂ ਬੱਖੀ 'ਚ ਉਹਦੇ ਉਂਗਲ ਮਾਰਤੀ ਪੋਲੀ ਜੀ ਜੋਗੀ ਦੇ। ਉਹਨੇ ਇੱਕ ਦੋ ਵਾਰੀ ਤਾਂ ਦੇਖਿਆ, ਤੀਜੀ ਵਾਰ ਤਾਂ ਗੱਗ ਬਲੋਲਾ ਹੋ ਗਿਆ। ਮਹਾਰਾਜ ਨੂੰ ਕਹਿੰਦਾ ਮਹਾਰਾਜ ਇਹੋ ਜਿਹੇ ਬੇਵਕੂਫ ਤੁਸੀਂ ਸਟੇਜ 'ਤੇ ਬਿਠਾਏ ਹੋਏ ਨੇ। ਉਹ ਕਹਿੰਦੇ ਸੁਥਰੇ ਸ਼ਾਹ ਕੀ ਹੋ ਗਿਆ ਯਾਰ, ਐਂ ਥੋੜ੍ਹਾ ਕਰੇ। ਨਹੀਂ ਕਹਿੰਦੇ ਸਤਿਗੁਰੂ ਮੈਂ ਤਾਂ ਦੇਖਦਾ ਸੀ ਵੀ ਅੱਗ ਹੈਗੀ ਅੰਦਰ ਕਿ ਵੀ ਸੱਚੀ ਮੁੱਚੀ ਸਵਾਹ ਬਣ ਗਿਆ, ਵੀ ਇਕੱਲੀ ਪਿੰਡੇ ਦੀ ਸਵਾਹ ਮਲੀ ਹੈ ਵੀ ਅੰਦਰ ਅੱਗ ਹੈ ਕਿ ਅੰਦਰੋਂ ਵੀ ਅੱਗ ਬੁਝ ਗਈ। ਸਰ ਮਹਾਰਾਜ ਅੰਦਰ ਤਾਂ ਭਾਂਬੜ ਬਲਦੇ ਨੇ। ਰੱਬ ਦੇ ਪਿਆਰੇ ਸਾਧ ਸੰਗਤ ਜੀ, ਉਹਨਾਂ ਦੇ ਅੰਦਰ ਗੁੱਸਾ ਕਿੱਥੇ, ਉਹਨਾਂ ਤਾਂ ਕਾਬੂ ਕੀਤਾ ਹੁੰਦਾ ਸਾਰਿਆਂ ਨੂੰ। ਇਸ ਤਰੀਕੇ ਕਹਿੰਦੇ ਮੇਰਾ ਹਰ ਭਰਾਵ ਇਨ ਵਿਧ ਪਾਇਆ ਜਾਏ, ਇਸੇ ਤਰੀਕੇ ਨਾਲ ਮੇਰੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਹਰ ਕਿਰਪਾ ਤੇ ਰਾਮ ਗੁਣ ਗਾਏ। ਰਾਮ ਦੇ ਗੁਣ ਵੀ ਪਰਮਾਤਮਾ ਦੀ ਕਿਰਪਾ ਨਾਲ ਗਾਏ ਜਾਂਦੇ ਨੇ। ਕਈ ਵਾਰੀ ਆਪਾਂ ਨੂੰ ਲੱਗਦਾ ਨਾ ਅਸੀਂ ਸਤਸੰਗ ਕਰਦੇ ਹਾਂ, ਨਹੀਂ ਸਾਧ ਸੰਗਤ ਜੀ, ਕਈ ਵਾਰੀ ਤਿਆਰੀ ਹੋਈ ਹੁੰਦੀ ਹੈ, ਨਹੀਂ ਆ ਸਕਦੇ। ਕਈ ਵਾਰੀ ਕੋਈ ਐਸਾ ਅੜਿੱਕਾ ਲੱਗਦਾ, ਗੈਪ ਪੈ ਜਾਂਦਾ 2-4 ਦਿਨਾਂ ਦਾ, ਹਫ਼ਤੇ ਦਾ। ਮਨ ਕਈ ਵਾਰੀ ਕਰਦਾ ਹੁੰਦਾ ਵੀ ਆਈਏ, ਪਰ ਮਹਾਰਾਜ ਦਾ ਅਜੇ ਉਹਦੀ ਕਿਰਪਾ ਹੀ ਨਹੀਂ। ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਕਹਿੰਦੇ ਹੁੰਦੇ ਸੀ, ਕਹਿੰਦੇ ਬਈ ਸਤ ਸੰਗਤ ਉਸ ਨੂੰ ਨਸੀਬ ਹੁੰਦੀ ਹੈ ਜਿਹਨੂੰ ਗੁਰੂ ਨਾਨਕ ਦੇਵ ਮਹਾਰਾਜ ਆਪ ਲੈ ਕੇ ਆਉਂਦੇ ਨੇ, ਜਿਹਦੇ ਉੱਤੇ ਮਹਾਰਾਜ ਦੀ ਪੂਰਨ ਕਿਰਪਾ ਹੁੰਦੀ ਹੈ ਨਾ। ਅਸਲ ਦੇ ਵਿੱਚ ਉਸੇ ਨੂੰ ਸਾਧ ਸੰਗਤ ਮਿਲਦੀ ਹੈ। ਹਰ ਦਾਸਣ ਕੋ ਦਾਸ ਸੁਖ ਪਾਏ, ਹਰ ਦਾਸਣ ਕੋ ਦਾਸ ਸੁਖ ਪਾਏ। ਹਰ ਦਾਸਣ ਕੋ ਦਾਸ ਸੁਖ ਪਾਏ, ਹਰ ਦਾਸਣ ਕੋ ਦਾਸ ਸੁਖ ਪਾਏ। ਮੇਰਾ ਹਰ ਪ੍ਰਭ ਇਨ ਬਿਧ ਪਾਇਆ ਜਾਏ, ਮੇਰਾ ਹਰ ਪ੍ਰਭ ਇਨ ਬਿਧ ਪਾਇਆ ਜਾਏ। ਮੇਰਾ ਹਰ ਪ੍ਰਭ ਇਨ ਬਿਧ ਪਾਇਆ ਜਾਏ, ਮੇਰਾ ਹਰ ਪ੍ਰਭ ਇਨ ਬਿਧ ਪਾਇਆ ਜਾਏ। ਹਰ ਕਿਰਪਾ ਤੇ ਰਾਮ ਗੁਣ ਗਾਏ, ਹਰ ਕਿਰਪਾ ਤੇ ਰਾਮ ਗੁਣ ਗਾਏ। ਹਰ ਕਿਰਪਾ ਤੇ ਰਾਮ ਗੁਣ ਗਾਏ, ਹਰ ਕਿਰਪਾ ਤੇ ਰਾਮ ਗੁਣ ਗਾਏ। ਸਤਿਗੁਰੂ ਫਰਮਾਉਂਦੇ ਨੇ, ਤਿਰਗ ਬਹੁ ਜੀਵਨ ਜਿਤ ਹਰ ਨਾਮ ਨਾ ਲੱਗੈ ਪਿਆਰ, ਤਿਰਗ ਸੇਜ ਸੁਖਾਲੀ ਕਾਮਣ ਮੋਹ ਗੁਵਾਰ, ਤਿਨ ਸਫਲ ਜਨਮ ਜਿਨ ਨਾਮ ਆਧਾਰ। ਤਿਰਗ ਸਾਧ ਸੰਗਤ ਜੀ ਕਹਿੰਦੇ ਨੇ ਜੇ 100 ਵਾਰੀ ਕਿਸੇ ਨੂੰ ਦੁਰ ਫਿਟੇ ਮੂੰਹ ਕਹੋ ਨਾ ਤਾਂ ਇੱਕ ਤਿਰਗ ਬਣਦਾ। ਵੈਸੇ ਤਾਂ ਫਿਟੇ ਮੂੰਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗਾਲ ਹੈ। ਜੇ 100 ਵਾਰੀ ਕਿਸੇ ਨੂੰ ਦੁਰ ਫਿਟੇ ਮੂੰਹ ਕਹੀਏ ਤਾਂ ਇੱਕ ਤਿਰਗ ਬਣਦਾ। ਕਹਿੰਦੇ ਉਹ ਲੰਬਾ ਜੀਵਨ, ਉਹ ਬਹੁਤ ਸਾਲ ਜੀਵਾ ਹੈ ਜੀਵਨ ਧਰਕਾਰ ਯੋਗ ਹੈ, ਜਿਸ ਜੀਵਨ ਦੇ ਨਾਲ ਹਰੀ ਦਾ ਪਿਆਰ ਨਹੀਂ ਪੈਦਾ ਹੋਇਆ, ਅੰਦਰ ਪਰਮਾਤਮਾ ਨਾਲ ਪਿਆਰ ਨਹੀਂ ਪਿਆ। ਸਾਧ ਸੰਗਤ ਜੀ, ਸਾਡੀ ਜਿਹੜੀ ਜੀਵਨ ਸ਼ੈਲੀ ਹੈ, ਸਾਡੇ ਜੀਵਨ ਦਾ ਸਟਾਈਲ ਹੈ, ਉਹ ਇਹ ਹੈ ਕਿ ਸਭ ਕੁਛ ਆਪਣਾ ਇੱਕ ਆਰਾਮ ਪਰਾਇਆ। ਕਿਉਂਕਿ ਆਪਣਾ ਵਾਰੀ ਵਾਰੀ ਯਾਦ ਆਉਂਦਾ, ਬਗਾਨਾ ਘੱਟ ਯਾਦ ਆਉਂਦਾ।
ਪਤਨੀ ਯਾਦ ਆਉਂਦੀ ਹੈ, ਉਹਦੇ ਵਾਸਤੇ ਕੋਈ ਧੂਫਾਂ ਨਹੀਂ ਦਿਖਾਉਣੀਆਂ ਪੈਂਦੀਆਂ, ਕੋਈ ਵਾਜੇ ਨਹੀਂ ਵਜਾਉਣੇ ਪੈਂਦੇ, ਕੋਈ ਛੈਣੇ ਨਹੀਂ ਖੜਕਾਉਣੇ ਪੈਂਦੇ। ਪਰਦੇਸ ਗਏ ਪੁੱਤ ਧੀ ਯਾਦ ਆਉਂਦੇ ਨੇ, ਉਹਨਾਂ ਨੂੰ ਯਾਦ ਕਰਨ ਵਾਸਤੇ ਕੋਈ ਮਾਲਾ ਨਹੀਂ ਫੜਨੀ ਪੈਂਦੀ, ਕੋਈ ਤੀਰਥ ਯਾਤਰਾ ਨਹੀਂ ਕਰਨੀ ਪੈਂਦੀ, ਕੋਈ ਵਰਤ ਨਹੀਂ ਰੱਖਣੇ ਪੈਂਦੇ। ਦੁਸ਼ਮਣ ਚੇਤੇ ਯਾਦ ਆਉਂਦਾ, ਉਹਦੇ ਵਾਸਤੇ ਵੀ ਕੋਈ ਧੂਈਆਂ ਨਹੀਂ ਧਾਪਣੀਆਂ ਪੈਂਦੀਆਂ, ਕੋਈ ਜਲ ਧਾਰੇ ਨਹੀਂ ਕਰਨੇ ਪੈਂਦੇ, ਭਾਵ ਕੋਈ ਉਦਮ ਨਹੀਂ ਕਰਨਾ ਪੈਂਦਾ। ਉਹ ਆਪਣੇ ਆਪ ਯਾਦ ਆ ਜਾਂਦੇ ਨੇ, ਕਿਉਂਕਿ ਦੁਸ਼ਮਣ ਵੀ ਮੇਰਾ ਹੈ, ਰਿਸ਼ਤੇਦਾਰ ਵੀ ਮੇਰੇ ਨੇ। ਰੱਬ ਨੂੰ ਯਾਦ ਕਰਨ ਵਾਸਤੇ ਅਸੀਂ ਰੈਣ ਸਵਾਈਆਂ ਕਰਦੇ ਹਾਂ, ਅਖੰਡ ਪਾਠ ਕਰਦੇ ਹਾਂ, ਪਾਠਾਂ ਦੀਆਂ ਲੜੀਆਂ ਲਾਉਂਦੇ ਹਾਂ, ਜਿਹੜਾ ਹੈ ਕੀਰਤਨ ਕਰਵਾਉਂਦੇ ਹਾਂ, ਕਥਾਵਾਂ ਕਰਵਾਉਂਦੇ ਹਾਂ। ਬਸ ਮੁਸ਼ਕਿਲ ਇਹ ਆ, ਉਹ ਫੇਰ ਵੀ ਨਹੀਂ ਯਾਦ ਆਉਂਦਾ। ਉਹਨੂੰ ਯਾਦ ਕਰਦਿਆਂ ਕਰਦਿਆਂ ਵੀ ਹੈਰਾਨੀ ਦੀ ਗੱਲ ਤਾਂ ਇਹ ਹੈ ਵੀ ਉਹਨੂੰ ਯਾਦ ਕਰਦਿਆਂ ਕਰਦਿਆਂ ਸੰਸਾਰ ਪਤਾ ਨਹੀਂ ਕਿਹੜੇ ਵੇਲੇ ਵਿੱਚ ਘੁੱਸ ਜਾਂਦਾ। ਕਈ ਵਾਰੀ ਸਾਧ ਸੰਗਤ ਜੀ ਦੇਖਿਆ, ਆਪ ਜੀ ਦਾ ਵੀ ਤਜਰਬਾ ਹੋਏਗਾ, ਪਾਠ ਕਰਦਿਆਂ ਆਪਾਂ ਕਈ ਵਾਰੀ ਮਨ ਬੜਾ ਲੱਗਿਆ ਹੁੰਦਾ, ਜਦੋਂ ਸੋਚਦੇ ਆ ਵੀ ਯਾਰ ਇਹ ਆ ਕੋਈ ਭੈਣ, ਕੋਈ ਭਰਾ, ਕੋਈ ਮਾਸੀ, ਭੂਆ, ਇਹ ਕਿੱਥੇ ਆ ਫਸ ਗਈ ਵਿਚਾਲੇ ਆ ਕੇ, ਜਾ ਜੇ ਕਿਵੇਂ ਯਾਦ ਆ ਗਈ। ਆਹ ਦੁਸ਼ਮਣ, ਆਹ ਮਿੱਤਰ, ਇਹ ਕਿੱਥੇ ਆ ਕੇ ਫਸ ਗਿਆ। ਜਿਨ੍ਹਾਂ ਨੂੰ ਨਹੀਂ ਜਾਣਦੇ, ਜਿਨ੍ਹਾਂ ਨੂੰ ਜਾਣਦੇ ਨਹੀਂ, ਜਿਨ੍ਹਾਂ ਨਾਲ ਬਾਹ ਹੀ ਨਹੀਂ ਪੈਣਾ ਕਦੇ, ਜਾਂ ਜਿਨ੍ਹਾਂ ਨਾਲ ਪਿਆਓ ਮਰ ਮੁਰ ਗਏ, ਉਹ ਕਿਵੇਂ ਫਸ ਗਏ ਆ ਕੇ ਵਿੱਚ। ਵੀ ਕਿ ਦਾਤਿਆ ਤੇਰੀ ਗੋਦ 'ਚ ਬੈਠੇ ਹਾਂ, ਤੇਰੇ ਚਰਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਐਨੀ ਮਾਇਆ ਸਬਲ ਹੈ, ਐਨੀ ਮਾਇਆ ਪ੍ਰਬਲ ਹੈ ਸਤਿਗੁਰੂ ਦੀ। ਕਮਾਲ ਦੀ ਗੱਲ ਹੈ, ਚਿੱਤ ਨੂੰ ਚਰਾਉਣ ਵੇਲੇ ਪਤਾ ਨਹੀਂ ਲੱਗਣ ਦਿੰਦੀ। ਜਿਵੇਂ ਨਾ ਕੋਈ ਮਾਹਰ ਜੇਬ ਕਤਰਾ ਸਾਡੀ ਜੇਬ 'ਚੋਂ ਬਟੂਆ ਕੱਢਣ ਵੇਲੇ ਸਾਨੂੰ ਪਤਾ ਨਹੀਂ ਲੱਗਣ ਦਿੰਦਾ। ਇਹ ਮਾਇਆ ਵੀ ਐਡੀ ਚੋਰਟੀ ਹੈ, ਐਡੀ ਇਹ ਮਤਲਬ ਚਲਾਕਣ ਹੈ, ਸਾਡੇ ਮਨ ਨੂੰ ਕਦੋਂ ਚੁਰਾ ਕੇ ਲੈ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ। ਕਈ ਵਾਰੀ ਸੋਚਦੇ ਹਾਂ ਬਈ ਯਾਰ ਆਹ ਜਿਹੜੀ ਪੌੜੀ ਪੜ੍ਹਦੇ ਹਾਂ ਆਪਾਂ, ਜਾਂ ਇਹ ਬਾਣੀ ਪੜ੍ਹਦੇ ਹਾਂ, ਉਰੇ ਆਪਣਾ ਉਚਾਰਨ ਗਲਤ ਹੈ। ਉਦਾਹਰਣ ਵਜੋਂ ਬਈ ਆਪਾਂ ਇਹਨੂੰ ਮਹਿਲਾ ਬੋਲਦੇ ਹਾਂ, ਵੀ ਆਪਾਂ ਹੁਣ ਨਾ ਧਿਆਨ ਰੱਖਾਂਗੇ। ਉਹ ਜਦੋਂ ਬੋਲ ਕੇ ਸ਼ਬਦ ਮੁੱਕਣ ਵਾਲਾ ਹੁੰਦਾ, ਲੈ ਯਾਰ ਉਹ ਅੱਛਾ ਉਹ ਮਹਿਲੇ ਹੀ ਪੜ੍ਹਤਾ। ਸੁਚੇਤ ਹੁੰਦਿਆਂ ਸੁਣਦਿਆਂ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਉਹਦੀ ਮਾਇਆ ਵਰਤ ਜਾਂਦੀ ਹੈ। ਫਿਰ ਹੁਣ ਕਰੀਏ ਕੀ? ਹੁਣ ਦੇ ਚਰਨਾਂ 'ਚ ਜੋਦੜੀਆਂ ਕਰੀਏ, ਮੇਰੇ ਸਤਿਗੁਰੂ ਇਹ ਮੇਰੇ ਵੱਸ ਦੀ ਗੱਲ ਨਹੀਂ, ਕਿਉਂਕਿ ਸਭ ਕੁਛ ਕੀਤਾ ਤੇਰਾ ਹੋਵੇ, ਨਾ ਹੀ ਕਿਛ ਅਸਾੜਾ ਜੀਓ। ਉਹਦੇ ਚਰਨਾਂ 'ਚ ਬੇਨਤੀ ਕਰੀਏ, ਮੇਰੇ ਦਾਤਾ ਜੀ ਹਰ ਜੀਓ ਸਭ ਕੋ ਤੇਰਾ ਵਸ। ਜਿਹੜਾ ਇਹ ਸਥੂਲ ਸੰਸਾਰ ਦਿੰਦਾ ਇਹ ਵੀ ਤੇਰੇ ਵਸ 'ਚ ਹੈ, ਜਿਹੜਾ ਇਹ ਸੂਖਮ ਮੇਰੇ ਅੰਦਰ ਵਰਤ ਰਿਹਾ ਇਹ ਵੀ ਤੇਰੇ ਵਸ 'ਚ ਹੈ। ਮੈਨੂੰ ਉਠਾਉਣਾ, ਮੈਨੂੰ ਜਗਾਉਣਾ, ਮੈਨੂੰ ਉੱਠਣ ਦਾ ਉਦਮ ਪੁਰਸਾਰਥ ਬਖਸ਼ਣਾ, ਮੈਨੂੰ ਆਪਣੀ ਬੰਦਗੀ ਵਾਲੇ ਪਾਸੇ ਜੋੜਨਾ। ਹੋ ਸਕਦਾ ਕਈ ਵਾਰੀ ਉੱਠਦਿਆਂ ਕੋਈ ਐਸਾ ਕਲਯੁਗ ਵਾਪਰ ਜੇ ਆਪਾਂ ਬੰਦਗੀ ਵਾਲੇ ਪਾਸੇ ਨਾ ਜੁੜ ਸਕੀਏ। ਇਹ ਇਸ਼ਨਾਨ ਕਰਨਾ, ਮਹਾਰਾਜ ਇਹ ਸਭ ਤੇਰੀ ਕਿਰਪਾ ਹੀ ਤਾਂ ਹੈ। ਮੇਰੀ ਕੀ ਔਕਾਤ ਹੈ ਕਿ ਮੈਂ ਅੰਮ੍ਰਿਤ ਵੇਲੇ ਜਾਗ ਪਵਾਂ? ਮੇਰੀ ਕੀ ਔਕਾਤ ਹੈ ਮੈਂ ਸਤਿਗੁਰੂ ਇਸ਼ਨਾਨ ਕਰ ਲਵਾਂ? ਸਭ ਤੇਰੀ ਕਿਰਪਾ ਤਾਂ ਹੋ ਰਹੀ ਹੈ। ਹੁਣ ਗਰੀਬ ਨਵਾਜ਼ ਇਹੀ ਕਹਿੰਦੇ ਨੇ, ਕਹਿੰਦੇ ਉਹ ਜੀਵਨ ਲੰਬਾ ਜੀਵਨ। ਸਾਧ ਸੰਗਤ ਜੀ ਅਸਲ ਵਿੱਚ ਮਹਾਨਤਾ ਇਸ ਗੱਲ ਦੀ ਨਹੀਂ ਹੁੰਦੀ ਕਿ ਉਹਨੇ ਕਿੰਨੇ ਸਾਲ ਜ਼ਿੰਦਗੀ ਜਿਉਈ ਹੈ। ਮਹਾਨਤਾ ਇਸ ਗੱਲ ਦੀ ਹੈ ਕਿ ਉਹਨੇ ਇੰਨੀ ਜ਼ਿੰਦਗੀ ਨੂੰ ਜਿਉਇਆ ਕਿਵੇਂ ਹੈ। ਹੁਣ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜ਼ਿੰਦਗੀ ਕੁੱਲ 42 ਸਾਲ ਕੁਛ ਮਹੀਨਿਆਂ ਦੀ ਸੀ, ਪਰ ਉਹ ਮਰਦ ਅਗੰਬੜੇ ਇਸ ਤਰੀਕੇ ਨਾਲ ਜ਼ਿੰਦਗੀ ਜਿਉਂ ਕੇ ਗਏ ਨੇ, ਅੱਜ ਤੱਕ ਸ਼ਾਇਦ ਨਾ ਕਿਸੇ ਨੇ ਜਿਉਈ ਹੈ ਅਤੇ ਨਾ ਹੀ ਸ਼ਾਇਦ ਅੱਗੇ ਨੂੰ ਕੋਈ ਜਿਉਂ ਸਕੇਗਾ। ਵਿਦਵਾਨ ਇਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਨੂੰ ਦੇਖਣ ਵਾਸਤੇ, ਵਾਚਣ ਵਾਸਤੇ ਬੁੱਧੀ ਦੇ ਬੜੇ ਤੇਜ਼ ਘੋੜੇ 'ਤੇ ਚੜ੍ਹ ਕੇ ਫਿਰ ਉਹਨਾਂ ਸਾਥ ਨਿਭੇਗਾ ਨਹੀਂ। ਇੱਕ 42 ਸਾਲ ਦੀ ਉਮਰ ਕੀ ਹੁੰਦੀ ਹੈ? ਖਾਲਸਾ ਪੰਥ ਵੀ ਸਾਜਤਾ, ਪੁੱਤਰ ਵੀ ਵਾਰਤੇ, ਕਿਲੇ ਵੀ ਬਣਾਤੇ, ਕਿੰਨੇ ਗੁਰਸਿੱਖਾਂ ਨੂੰ ਬ੍ਰਹਮ ਗਿਆਨ ਦੀ ਦਾਤ ਵੀ ਬਖਸ਼ਤੀ, ਅੱਛਾ ਪਿਆਰ ਦੀ ਰੀਤ ਵੀ ਨਿਭਾਤੀ ਸਤਿਗੁਰੂ ਨੇ। ਉਹ ਕਿਹੜਾ ਕੰਮ ਹੈ? ਫਿਰ ਜਿਹੜਾ ਹੈ ਗ੍ਰੰਥ ਵੀ ਕਿੰਨੇ ਰਚਤੇ, ਆਤਮ ਦਾ ਰਸ ਵੀ ਮਾਣ ਲਿਆ ਪੂਰਾ ਦੱਬ ਕੇ। ਐਡੀ ਵੱਡੀ ਜਿਹੜੀ ਹੈ ਸਤਲਣਤ ਦੇ ਨਾਲ ਟੱਕਰ ਵੀ ਲੈ ਲਈ। ਮੇਰੇ ਗਰੀਬ ਆਪਾਂ ਗੱਲ ਕਰਦੇ ਹਾਂ ਵੀ ਜਿਉਇਆ ਕਿਸ ਤਰੀਕੇ ਨਾਲ ਹੈ। ਅਸਲ ਦੇ ਵਿੱਚ ਉਹ ਗੱਲ ਮੈਨੇ ਰੱਖਦੀ ਹੈ, ਇਹ ਨਹੀਂ ਮੈਨੇ ਰੱਖਦੀ ਕਿ ਉਹ ਜਿਉਇਆ ਕਿੰਨੇ ਸਾਲ ਹੈ। ਹੁਣ ਜੇ ਬੰਦਾ 100 ਸਾਲ ਦਾ ਵੀ ਹੋ ਕੇ ਜਿਉਇਆ, ਚਾਹੇ 150 ਸਾਲ ਦਾ ਹੋ ਕੇ ਜਿਉਇਆ,
ਬੰਦੇ ਨੂੰ ਗੱਲ ਕਰਨ ਦੀ ਅਕਲ ਨਾ ਆਈ, ਪਰਮਾਤਮਾ ਨਾਲ ਪਿਆਰ ਨਹੀਂ ਪਿਆ, ਗੁਰਦੁਆਰੇ ਜਾਣਾ ਕਿਵੇਂ ਪਤਾ ਨਹੀਂ ਲੱਗਿਆ। ਮੈਂ ਦੇਖਿਆ ਬਜ਼ੁਰਗ ਬੰਦੇ ਵੀ ਨਾ ਅਜੇ ਬਚਪਨ ਦੀ ਅਵਸਥਾ 'ਚ ਲੰਘ ਰਹੇ ਹੁੰਦੇ ਨੇ। ਉਹ ਵੀਰ ਜੀ ਸਿਮਰਨ ਕਿਵੇਂ ਕਰੀਦਾ? ਇਹ ਅੰਮ੍ਰਿਤ ਵੇਲਾ ਕਦੋਂ ਸ਼ੁਰੂ ਹੁੰਦਾ ਜੀ? ਸਾਰੀ ਉਮਰ ਪੁੱਛਦਿਆਂ ਪੁੱਛਦਿਆਂ ਹੀ ਲੰਘ ਜਾਂਦੀ ਆ। ਅੱਛਾ, ਇਹ ਨਹੀਂ ਵੀ ਪੁੱਛ ਕੇ ਉਹ ਲੱਗ ਜੂਗਾ ਕੱਲ੍ਹ ਨੂੰ, ਲੱਗਣਾ ਨਹੀਂ ਹੁੰਦਾ ਉਹਨੇ ਪੁੱਛਣਾ ਹੁੰਦਾ ਸਿਰਫ। ਤੇ ਚਲੋ ਖੈਰ ਮਹਾਰਾਜ ਕਿਰਪਾ ਰੱਖਣ। ਕਹਿੰਦੇ ਉਹ ਜੀਵਨ ਲੰਬਾ ਜੀਵਨ ਤ੍ਰਿਕਾਰਯੋਗ ਹੈ ਜਿਹੜੇ ਜੀਵਨ ਦੇ ਰਾਹੀਂ ਪਰਮਾਤਮਾ ਦੇ ਨਾਲ ਪਿਆਰ ਹੀ ਨਹੀਂ ਪਿਆ। ਸਤਿਗੁਰੂ ਦਾ ਤੋਂ ਕਹਿੰਦੇ ਨੇ ਉਹ ਰੁੱਤ ਵੀ ਤ੍ਰਿਕਾਰਯੋਗ ਹੈ ਜਿਹੜੀ ਰੁੱਤ ਦੇ ਵਿੱਚ ਸਾਨੂੰ ਪਰਮਾਤਮਾ ਵਿਸਰ ਜਾਂਦਾ। ਜਿਹੜੇ ਦਿਨ ਸਾਨੂੰ ਪਰਮਾਤਮਾ ਵਿਸਰਦਾ ਹੈ ਉਹ ਜਿਹੜਾ ਦਿਨ ਵੀ ਸਾਡਾ ਇੱਕ ਮਤਲਬ ਤ੍ਰਿਕਾਰਯੋਗ ਹੈ, ਐਵੇਂ ਬੇਅਰਥ ਚਲਿਆ ਗਿਆ। ਭਗਤ ਜੀ ਜਿਨ੍ਹਾਂ ਨੇ ਨਾਮ ਦੇ ਰਸ ਨੂੰ ਮਾਣਿਆ ਉਹ ਤਾਂ ਇੱਥੋਂ ਤੱਕ ਕਹਿੰਦੇ ਨੇ, ਕਹਿੰਦੇ ਜਬ ਲਗ ਤਾਗਾ ਬਾਹੋਂ ਵੇਹੀ ਤਬ ਲਗ ਵਿਸਰਿਆ ਰਾਮ ਸਨੇਹੀ। ਕਹਿੰਦੇ ਮੈਂ ਇਸ ਕਰਕੇ ਬਾਬਾ ਕਬੀਰ ਜੀ ਨੂੰ ਪੁੱਛਿਆ ਤੁਸੀਂ ਬੁਣਨਾ ਤੜਨਾ ਕਿਉਂ ਛੱਡਤਾ? ਤੁਹਾਡੀ ਮਾਂ ਰੋਂਦੀ ਆ, ਸੁਣੋ ਦਰਾਣੀ ਸੁਣੋ ਜਠਾਣੀ, ਹੈ ਨਾ। ਉਹ ਕਹਿੰਦੇ ਵੀ ਇਹ ਮੁੰਡੀਆਂ ਨੇ ਵੀ ਸਾਡੇ ਨੱਕ 'ਚ ਦਮ ਕਰਤਾ। ਅਤੇ ਉਹ ਇਕੱਲਾ ਆਪ ਨਹੀਂ, ਉਹ ਆਪਣੇ ਸ਼ਰੀਕੇ ਦੇ ਵਿੱਚ ਵੀ ਬਾਬਾ ਕਬੀਰ ਜੀ ਦੀਆਂ ਗੱਲਾਂ ਕਰ ਰਹੀ ਹੈ ਕਿ ਜੀ ਇਹ ਬੱਚਾ ਵੀ ਸਾਡਾ ਵਿਗੜ ਗਿਆ। ਬਾਬਾ ਕਬੀਰ ਜੀ ਨੂੰ ਸਗੋਂ ਵਿਗੜ ਹੀ ਦੱਸ ਰਹੇ ਨੇ। ਉਹਨਾਂ ਨੇ ਕਿਹਾ ਮੈਂ ਤਾਂ ਛੱਡਤਾ ਵੀ ਜਬ ਲਗ ਤਾਗਾ ਬਾਹੋਂ ਵੇਹੀ, ਜਦੋਂ ਮੈਂ ਨਲਕੀ ਦੇ ਵਿੱਚ ਇਹ ਧਾਗਾ ਪਾਉਣਾ ਨਾ ਸੂਟਾ ਮਾਰ ਕੇ ਖਿੱਚਦਾ ਤਬ ਲਗ ਵਿਸਰਿਆ ਰਾਮ ਸਨੇਹੀ, ਉਦੋਂ ਤੱਕ ਮੈਨੂੰ ਇਹ ਪਰਮਾਤਮਾ ਦਾ ਜਿਹੜਾ ਨਾਮ ਵਿਸਰ ਜਾਂਦਾ, ਮੈਂ ਤਾਂ ਛੱਡਤਾ। ਕਿੱਥੇ ਉਹਨਾਂ ਦੀ ਅਵਸਥਾ, ਕਿੱਥੇ ਅਸੀਂ 3-3 ਘੰਟੇ ਵਟਸਐਪ 'ਤੇ ਲਾ ਦਈਦੇ, ਫੇਸਬੁੱਕ ਦੇ ਉੱਤੇ ਅੱਧਾ ਦਿਨ ਬੈਠੇ ਰਹਿੰਦੇ ਆ। ਉਹ ਤਾਂ ਕੁਦਰਤੀ ਇਹਦਾ ਸ਼ੁਕਰ ਆ ਵੀ ਇਹਦੀ ਬੈਟਰੀ ਲੋਅ ਹੋ ਜਾਂਦੀ ਆ ਤਾਂ ਪਤਾ ਲੱਗ ਜਾਂਦਾ ਵੀ ਹਾਂ ਭਾਈ ਤਾਂ ਹੁਣ ਮੁੱਕਣ ਵਾਲਾ। ਨਹੀਂ ਤਾਂ ਜੇ ਕਿਤੇ ਚੱਲਦਾ ਰਹੇ ਫਿਰ ਤਾਂ ਸ਼ਾਇਦ ਮੈਨੂੰ ਲੱਗਦਾ ਅਖੰਡ ਪਾਠ ਰੱਖ ਦਈਏ ਤਾਂ ਉਹ ਦੇਖਣ ਦਾ, ਫਿਰ ਨਹੀਂ ਬੰਦ ਹੁੰਦਾ। ਚਲੋ ਖੈਰ ਮਹਾਰਾਜ ਕਿਰਪਾ ਕਰਨ। ਤ੍ਰਿਗ ਸੇਜ ਸੁਖਾਲੀ ਕਾਮਣ ਮੋਹ ਗਵਾਰ, ਇਹ ਔਰਤ ਦਾ ਮੋਹ ਹਨੇਰਾ ਅਤੇ ਇਹ ਸੌਖੀ ਸੇਜ ਵੀ ਤ੍ਰਿਕਾਰਯੋਗ ਹੈ ਜਿਹੜੀ ਸਾਨੂੰ ਪਰਮਾਤਮਾ ਨੂੰ ਭੁਲਾ ਦਿੰਦੀ ਹੈ। ਸਾਧ ਸੰਗਤ ਜੀ ਇੱਕ ਛੋਟੇ ਹੁੰਦਿਆਂ ਕਥਾ ਸੁਣੀ ਸੀ। ਆਪਣੇ ਇੱਕ ਕਾਲੀਦਾਸ ਵਿਦਵਾਨ ਹੋਏ ਨੇ ਬਹੁਤ ਤਕੜੇ। ਉਹ ਬੜੇ ਕਰੂਪ ਸੀ, ਬੜਾ ਕਾਲਾ ਰੰਗ ਸੀ, ਬ੍ਰਾਹਮਣਾਂ ਦੇ ਘਰ ਜਨਮੇ ਸੀ। ਪਰ ਜਿਹੜੀ ਉਹਨਾਂ ਦਾ ਵਿਆਹ ਹੋਇਆ ਨਾ, ਕਿਉਂਕਿ ਪਹਿਲਾਂ ਤਾਂ ਜੰਮਦਿਆਂ ਦੇ ਮੰਗਣੇ ਹੋ ਜਾਂਦੇ ਸੀ, ਜਦੋਂ ਥੋੜ੍ਹਾ ਜਿਹਾ ਉਡਾਰ ਜੇ ਹੋਏ 14-15 ਸਾਲਾਂ ਦੇ ਉਦੋਂ ਫਿਰ ਮਕਲਾਵੇ ਵਗੈਰਾ ਲੈ ਕੇ ਆਉਂਦੇ ਸੀ। ਉਹ ਜਿਹੜੀ ਉਹਨਾਂ ਦੇ ਘਰ ਵਾਲੀ ਸੀ ਨਾ ਬਹੁਤ ਹੀ ਸੁੰਦਰ ਸੀ। ਉਹ ਆਈ ਤਾਂ ਉਹ ਜਿਹੜਾ ਹੈ ਪਤਨੀ ਦੇ ਪਿਆਰ ਦੇ ਵਿੱਚ ਕਮਲਾ ਹੋ ਗਿਆ। ਅਤੇ ਇੰਨਾ ਕੁ ਕਮਲਾ ਹੋ ਗਿਆ ਜਦੋਂ ਕਿਤੇ ਉਹ ਜਿਵੇਂ ਤਿੱਥ ਤਿਉਹਾਰ ਆਉਂਦੇ ਨੇ, ਤੀਆਂ ਵਗੈਰਾ ਪੁਰਾਣਾ ਰਿਵਾਜ ਹੈ ਆਪਣੇ ਦੇਸ਼ ਦਾ, ਉਹ ਲੜਕੀਆਂ ਆਪਣੇ ਪੇਕੇ ਘਰ ਜਾਂਦੀਆਂ ਨੇ। ਜਦੋਂ ਉਹ ਪੇਕੇ ਘਰ ਗਈ ਨਾ ਉਹ ਤੋਂ ਇੱਕ ਦਿਨ ਵੀ ਰਹਿ ਨਾ ਹੋਇਆ। ਉਹ ਰਸਤੇ ਦੇ ਵਿੱਚ ਦਰਿਆ ਚੱਲਦਾ ਸੀ। ਹੁਣ ਇੰਨਾ ਉਹ ਪਿਆਰ ਨੇ ਤੰਗ ਕਰਿਆ, ਉਹ ਰਾਤ ਨੂੰ ਉੱਠਿਆ ਚੱਲ ਪਿਆ। ਪਿੰਡ ਜ਼ਿਆਦਾ ਦੂਰ ਨਹੀਂ ਸੀ ਪਰ ਦਰਿਆ ਪੈਂਦਾ ਸੀ ਵਿਚਾਲੇ। ਉਹ ਲੰਘਣ ਲੱਗਿਆ, ਹੁਣ ਉਹ 'ਚ ਹੜ੍ਹ ਵੀ ਆਇਆ ਹੋਇਆ, ਪਰਵਾਹ ਨਹੀਂ ਕਰੀ ਹੈਗੀ। ਹੁਣ ਦੇਖਦਾ ਵੀ ਕੁਛ ਤੈਰਦਾ ਆਉਂਦਾ ਤਾਂ ਉਹਨੇ ਉਹਦਾ ਸਹਾਰਾ ਲਿਆ ਕੇ ਉਹ ਦਰਿਆ ਨੂੰ ਲੰਘ ਗਿਆ। ਜਦੋਂ ਬਾਹਰ ਨਿਕਲਿਆ ਦੇਖਿਆ ਕੀ ਉਹ ਗਲੀ ਸੜੀ ਲਾਸ਼ ਸੀ ਕਿਸੇ ਬੰਦੇ ਦੀ। ਦੇਖ ਕੇ ਫਿਰ ਗਲਿਆਨੀ ਹੋਈ। ਓਹੋ, ਚਲੋ ਹੁਣ ਅੱਗੇ ਦੇਖਿਆ ਸਹੁਰਿਆਂ ਦੀ ਹਵੇਲੀ ਸੀ। ਪਤਾ ਸੀ ਵੀ ਹੁਣ ਸਾਉਣ ਭਾਦੋਂ ਦੇ ਦਿਨ ਨੇ ਵੀ ਉੱਪਰੇ ਪਏ ਹੋਣਗੇ। ਹੁਣ ਚੜ੍ਹਾਂ ਕਿਵੇਂ? ਬੜਾ ਪੰਗਾ ਛਿੜਿਆ ਵੀ ਹੁਣ ਚੜ੍ਹਾਂ ਕਿਵੇਂ, ਤਾਂ ਉੱਚੀ ਹੈ। ਕੁਦਰਤੀ ਕੀ ਦੇਖਿਆ, ਇੱਕ ਉਹਨੂੰ ਕੋਈ ਚੀਜ਼ ਲਮਕਦੀ ਦਿਸੀ। ਉਹਨੂੰ ਫੜ ਕੇ ਚੜ੍ਹਿਆ। ਜਦੋਂ ਦੇਖਿਆ ਬਹੁਤ ਵੱਡਾ ਅਸਰਾਲ ਸੀ, ਸੱਪ ਸੀ, ਉਹਨੂੰ ਫੜ ਕੇ ਤਾਂ ਦੇਖਿਆ ਓਹੋ ਇੰਨਾ ਖਤਰਾ ਮੁੱਲ ਲੈ ਕੇ ਉੱਪਰ ਚੜ੍ਹਿਆ। ਜਦੋਂ ਘਰ ਵਾਲੀ ਨੂੰ ਜਗਾਇਆ ਉਹ ਤਰਵਕ ਕੇ ਉੱਠੀ। ਘਰ ਵਾਲੀ ਕਹਿੰਦੀ ਬੇਕੂਫਾ, ਜਿੰਨਾ ਤੂੰ ਮੈਨੂੰ ਪਿਆਰ ਕੀਤਾ, ਜੇ ਇੰਨਾ ਆਰਾਮ ਨੂੰ ਕਰਿਆ ਹੁੰਦਾ ਤੂੰ ਤਾਂ ਬ੍ਰਹਮ ਗਿਆਨੀ ਬਣ ਜਾਣਾ ਸੀ। ਮੈਂ ਕੀ ਹਾਂ? ਮੈਂ ਚਾਮਾ, ਇਹ 'ਚ ਲਹੂ ਹੈ, ਇਹ 'ਚ ਹੱਡੀਆਂ ਨੇ, ਇਹ 'ਚ ਮਾਸ ਹੈ। ਦੇਖੋ ਉਹ ਵੀ ਕੋਈ ਬ੍ਰਾਹਮਣਾਂ ਦੀ ਪੰਡਤਾਂ ਦੀ ਕੁੜੀ ਸੀ। ਉਹਨੇ ਸਮਝਿਆ ਉਹ ਬਸ ਉੱਥੇ ਨਾਲ ਦੀ ਨਾਲੇ ਪੁੱਠਾ ਮੁੜਿਆ। ਉਹ ਬੰਦਾ ਦੇਖ ਲਓ ਐਡਾ ਵੱਡਾ ਵਿਦਵਾਨ ਬਣਿਆ ਕਿਉਂਕਿ ਮੋਹ ਤੋਂ ਨਿਕਲ ਗਿਆ, ਮੋਹ ਤੋੜਤਾ। ਘਰ ਵਾਲੀ ਵੀ ਦੇਖੋ ਉਹਦੀ ਪਤਾ ਨਹੀਂ ਕਿੰਨੀ ਕੁ ਕਮਾਈ ਹੋਏਗੀ, 4 ਲਫ਼ਜ਼ਾਂ 'ਚ ਜਿਹੜਾ ਹੈ ਮੋਹ ਤੋੜ ਕੇ ਰੱਖਤਾ।
ਮਹਾਰਾਜ ਜੀ ਕਹਿੰਦੇ ਇਹ ਜਿਹੜਾ ਮਤਲਬ ਸੌਖੀ ਸੇਜ ਹੈ, ਸੁੱਖ ਦੇਣ ਵਾਲੀ ਸੇਜ ਹੈ, ਪਤਨੀ ਦਾ ਪਿਆਰ ਹੈ, ਇਹ ਹਨੇਰਾ ਹੈ, ਇਹ ਵੀ ਤਰਕਾਰਯੋਗ ਹੈ। ਤਿੰਨ ਸਫਲ ਜਨਮ ਜੇ ਨਾਮ ਆਧਾਰ। ਅਸਲ ਦੇ ਵਿੱਚ ਉਹਨਾਂ ਦਾ ਜਨਮ ਸਫਲ ਹੈ ਜਿਨ੍ਹਾਂ ਨੇ ਆਪਣੇ ਜੀਵਨ ਦਾ ਆਧਾਰ ਪਰਮਾਤਮਾ ਦੇ ਨਾਮ ਨੂੰ ਬਣਾਇਆ ਹੋਇਆ। ਸਾਧ ਸੰਗਤ ਜੀ ਦੇਖੋ, ਭਗਤ ਧਰੂ ਜੀ 5 ਸਾਲ ਦੇ ਸੀ ਨਾ, ਭਗਤ ਪ੍ਰਹਲਾਦ ਜੀ ਇਹ ਵੀ ਬਚਪਨ ਦੀ ਅਵਸਥਾ ਦੇ ਵਿੱਚ ਸੀ ਨਾ। ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਇਹ ਤਾਂ 8 ਸਾਲ ਦੀ ਉਮਰ 'ਚ, 8.25 ਸਾਲ ਦੀ ਉਮਰ 'ਚ ਤਾਂ ਇਹਨਾਂ ਨੇ ਸਰੀਰੇ ਤਿਆਗਤਾ ਸੀ। ਸਾਡੇ ਪਰਮ ਪੂਜਨੀਕ ਸਾਹਿਬਜ਼ਾਦੇ ਗੁਰੂ ਮਹਾਰਾਜ ਦੇ ਛੋਟੀਆਂ ਛੋਟੀਆਂ ਉਮਰਾਂ ਦੇ ਵਿੱਚ ਹੀ ਜੀਵਨ ਕੁਰਬਾਨ ਕਰ ਗਏ ਨਾ। ਤੁਸੀਂ ਦੇਖ ਲਓ, ਜਦੋਂ ਜੋੜ ਮੇਲਾ ਲੱਗਦਾ ਨਾ ਫਤਿਹਗੜ੍ਹ ਸਾਹਿਬ ਦਾ, ਫਤਿਹਗੜ੍ਹ ਸਾਹਿਬ ਤੋਂ ਮਤਲਬ 100 150 ਕਿਲੋਮੀਟਰ ਦੂਰ ਲੰਗਰ ਸ਼ੁਰੂ ਹੋਣ ਲੱਗ ਜਾਂਦੇ ਨੇ ਉਹਨਾਂ ਦੀ ਯਾਦ ਦੇ ਵਿੱਚ। ਕਿਸੇ ਨੇ ਰਸ ਦਾ ਲੰਗਰ ਲਾਇਆ ਹੋਇਆ, ਕਿਸੇ ਨੇ ਪੂਰੀਆਂ ਛੋਲਿਆਂ ਦਾ ਲੰਗਰ ਲਾਇਆ, ਕਿਸੇ ਨੇ ਬੜੇ ਮਿੱਠੇ ਪਕਵਾਨਾਂ ਦਾ ਲੰਗਰ ਲਾਇਆ। ਕਿਉਂ? ਕਿਉਂਕਿ ਕਮਾਈਆਂ ਨੇ ਅਗਲਿਆਂ ਦੀਆਂ। ਸਾਡੇ ਵਰਗਾ ਮਰ ਜੇ, ਆਹ ਦੇਖੋ ਹੁਣ ਕਰੋਨਾ 'ਚ ਮਰੇ ਨੇ, ਮਤਲਬ ਜਿਹੜੇ ਵਾਰਸ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਲੈਣ ਗਏ। ਆਹ ਵੀਡੀਓ 'ਚ ਆਇਆ ਸੀ, ਇੱਕੋ ਦੱਸ ਰਿਹਾ ਸੀ ਭਾਈ, ਉਹ ਚਲਾਉਂਦਾ ਸੀ ਆਪਣਾ ਐਂਬੂਲੈਂਸ, ਉਹ ਕਹਿੰਦਾ ਧੀ ਪੁੱਤ ਲੈਣ ਨਹੀਂ ਆਏ ਲਾਸ਼ ਨੂੰ, ਮੁੱਕਰੇ ਗਏ। ਕਿੱਥੇ ਹੁਣ ਇਹੋ ਜਿਹੀ ਮੌਤ, ਕਿੱਥੇ ਉਹ ਐਸੀ ਸ਼ਹਾਦਤ ਬਈ ਇੱਧਰੋਂ ਦਿੱਲੀ ਤੋਂ ਕਰਨਾਲ ਤੋਂ ਲੱਗ ਜਾਂਦੇ ਨੇ ਲੰਗਰ ਲੱਗਣ, ਉੱਧਰੋਂ ਚੰਡੀਗੜ੍ਹ ਹਿਮਾਚਲ ਪ੍ਰਦੇਸ਼ ਤੋਂ, ਹੈ ਨਾ, ਉਹ ਕਿਤੇ ਇੱਧਰੋਂ ਆ ਮਾਨਸਾ ਬਠਿੰਡਾ, ਕਿਸੇ ਮਰਜ਼ੀ ਸੜਕ 'ਤੇ ਚੱਲ ਪਓ, 100 150 ਕਿਲੋਮੀਟਰ ਤੋਂ ਲੰਗਰ ਸ਼ੁਰੂ ਹੋ ਜਾਂਦੇ ਨੇ। ਪਿੰਡਾਂ ਦੇ ਲੋਕ ਪਤਾ ਨਹੀਂ ਉਹ ਯੂਪੀ ਤੋਂ ਸੀਪੀ ਤੋਂ ਚੱਲ ਕੇ ਇੱਥੇ ਲੰਗਰ ਲਾਉਣ ਵਾਸਤੇ ਆਉਂਦੇ ਨੇ। ਇਹ ਹੈ ਜੀਵਨ, ਸਫਲ ਜੀਵਨ। ਜਿਹੜੇ ਆਪਣੇ ਜੀਵਨ ਨੂੰ ਸਫਲ ਕਰ ਗਏ ਸਾਧ ਸੰਗਤ ਜੀ, ਅਸਲ 'ਚ ਪੂਜਾ ਉਹਨਾਂ ਦੀ ਉਹ ਹੁੰਦੀ ਹੈ। ਹੁਣ ਸਫਲ ਕਿਹਦਾ ਹੋਏਗਾ? ਜਿਹਨੇ ਆਪਦੇ ਜ਼ਿੰਦਗੀ ਦਾ ਆਧਾਰ ਨਾਮ ਨੂੰ ਬਣਾ ਲਿਆ। ਅਸੀਂ ਮਾਇਆ ਨੂੰ ਆਧਾਰ ਬਣਾਇਆ ਹੋਇਆ, ਰਿਸ਼ਤੇਦਾਰਾਂ ਨੂੰ, ਧੀਆਂ ਪੁੱਤਾਂ ਨੂੰ ਆਧਾਰ ਬਣਾਇਆ ਹੋਇਆ। ਹਾਲਾਂਕਿ ਸੁਖਮਨੀ ਸਾਹਿਬ ਦੇ ਵਿੱਚ ਰੋਜ਼ ਪੜ੍ਹਦੇ ਹਾਂ ਆਪਾਂ, ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕਉ ਏਕ ਹੈ ਭਗਵਾਨ। ਪਰ ਹੁਣ ਸਾਡਾ ਪ੍ਰੋਬਲਮ ਇਹ ਹੈ, ਸਾਡੇ ਹਿੰਦੁਸਤਾਨੀਆਂ ਦੀ, ਭਾਰਤੀਆਂ ਦੀ, ਅਸੀਂ ਪੜ੍ਹਨ ਨੂੰ ਤਾਂ ਸ਼ੇਰ ਹਾਂ, ਕਮਾਉਣ ਵਾਸਤੇ ਅਸੀਂ ਸਭ ਤੋਂ ਪਿੱਛੇ ਹਾਂ। ਪੜ੍ਹਦੇ ਅਸੀਂ ਰੋਜ਼ ਆ ਕੀਪ ਦਾ ਲੈਫਟ, ਵੀ ਸੜਕ ਦੇ ਖੱਬੇ ਪਾਸੇ ਚੱਲੋ, ਪਰ ਮੈਨੂੰ ਲੱਗਦਾ ਐਨ ਸੱਜੇ ਪਾਸੇ ਕਿਨਾਰੇ 'ਤੇ ਜਾ ਰਹੇ ਹੁੰਦੇ ਆ। ਫਿਰ ਜੇ ਕੋਈ ਕਾਰ ਵਾਲਾ, ਟਰੱਕ ਵਾਲਾ ਫੇਟ ਮਾਰਦਾ, ਇਹਨੇ ਦਾਰੂ ਪੀਤੀ ਹੋਈ ਸੀ ਜੀ, ਦੇਖੋ ਸਕੂਟਰੀ ਸਵਾਰ ਨੂੰ ਮਾਰ ਗਿਆ, ਕਸੂਰ ਵੱਡੀ ਗੱਡੀ ਵਾਲਾ ਫੇਰ ਨਿਕਲਦਾ। ਫਾਟਕ ਬੰਦ ਹੋ ਜਾਏ, ਦੂਜੇ ਪਾਸੇ ਖੜੇ ਹੁੰਦੇ ਆ, ਉਹ ਖੱਬੇ ਪਾਸੇ ਚੱਲੋ ਪੜ੍ਹਨ ਵਾਲੇ। ਰੋਜ਼ ਪੜ੍ਹਦੇ ਹਾਂ ਅੰਮ੍ਰਿਤ ਵੇਲਾ ਸੱਚ ਨਾ, ਅਲਾਰਮ 3 ਵਾਰੀ ਬੰਦ ਕਰਕੇ ਫੇਰ ਸੌਂ ਜਾਂਦੇ। ਫਿਰ ਲੇਟ ਹੁੰਦੇ ਆ, ਕਿ ਵੇਲਾ ਹੁੰਦਾ ਚਾਲਾ ਤਾਂ ਕੱਲਾ ਜਪਜੀ ਸਾਹਿਬ ਦਾ ਪਾਠ ਕਰਕੇ ਹੀ ਸਾਰ ਦਿੰਦੇ ਹਾਂ ਬਈ ਚੱਲ ਕੋਈ ਨਹੀਂ, ਆ ਫੇਰ ਕਰਾਂਗੇ ਆ ਕੇ। ਜਪਜੀ ਸਾਹਿਬ ਦਾ ਪਾਠ ਵੀ ਕਈ ਵਾਰੀ ਨਹਾਉਂਦੇ ਨਹਾਉਂਦੇ ਕਰਦੇ ਨੇ ਗੁਰਮੁਖ ਪਿਆਰੇ। ਭਾਵ ਨਾਮ ਦਾ ਆਧਾਰ ਸਤਿਗੁਰੂ ਬਖਸ਼ ਦੇਣ, ਸਾਡੀ ਜ਼ਿੰਦਗੀ ਸਫਲ ਹੋ ਜੇ। ਅੱਗੇ ਗਰੀਬ ਨਵਾਜ਼ ਸਤਿਗੁਰੂ ਨੇ ਧਿਰਗ ਧਿਰਗ ਗ੍ਰਹਿ ਕੁਟੰਬ ਜਿਤ ਹਰ ਪ੍ਰੀਤ ਨਾ ਹੋਏ। ਉਹ ਧਿਰਕਾਰ ਯੋਗ ਘਰ ਹੈ, ਉਹ ਧਿਰਕਾਰ ਯੋਗ ਪਰਿਵਾਰ ਹੈ ਜਿਹਦੇ ਰਾਹੀਂ ਪਰਮਾਤਮਾ ਦੇ ਨਾਲ ਪਿਆਰ ਨਹੀਂ ਪਿਆ। ਸਾਧ ਸੰਗਤ ਜੀ, ਜੇ ਆਪਾਂ ਵਿਚਾਰੀਏ, ਜਦੋਂ ਨਾ ਕਿਤੇ ਡੂੰਘੇ ਵਰਮ ਸੰਤਾਂ ਮਹਾਤਮਾ ਦੇ ਗ੍ਰੰਥ ਵਾਚਦੇ ਹਾਂ, ਪੜ੍ਹਦੇ ਹਾਂ, ਉਹ ਇੱਕ ਗੱਲ ਸਾਨੂੰ ਦਿੰਦੇ ਨੇ, ਕਹਿੰਦੇ ਇਹ ਜਿਹੜਾ ਤੈਨੂੰ ਪਰਿਵਾਰ ਹੈ ਨਾ, ਇਹ ਪਰਿਵਾਰ ਤੇਰਾ ਟੀਚਰ ਹੈ। ਅਸਲ ਦੇ ਵਿੱਚ ਪਰਿਵਾਰ ਟੀਚਰ ਕੀ ਹੈ? ਤੂੰ ਇਹ ਤੋਂ ਸਿੱਖਿਆ ਲੈ। ਇਹ ਤੈਨੂੰ ਮਾਂ ਨੇ ਜਨਮ ਨਹੀਂ ਦਿੱਤਾ, ਅਸਲ ਦੇ ਵਿੱਚ ਪਰਮਾਤਮਾ ਨੇ ਹੀ ਤੈਨੂੰ ਮਾਂ ਰੂਪ ਹੋ ਕੇ ਜਨਮ ਦਿੱਤਾ। ਇਹ ਤੇਰਾ ਪਿਓ ਤੈਨੂੰ ਕਮਾ ਕੇ ਨਹੀਂ ਪਾਲ ਰਿਹਾ, ਅਸਲ ਦੇ ਵਿੱਚ ਪਿਓ ਦੇ ਵਿੱਚ ਪਰਮਾਤਮਾ ਹੀ ਉਹਦੇ ਵਿੱਚ ਮਮਤਾ ਪਾਈ ਆ, ਉਹ ਤੈਨੂੰ ਕਮਾ ਕੇ ਪਾਲ ਰਿਹਾ, ਤੈਨੂੰ ਕਿਸੇ ਜਿਹੜਾ ਹੈ ਮੰਜ਼ਿਲੇ ਮਕਸੂਦ 'ਤੇ ਪਹੁੰਚਾਉਂਦਾ। ਫਿਰ ਆਪਾਂ ਨੌਕਰੀ ਦੇਖੋ, ਨੌਕਰੀ ਸਾਡੀ ਖੁਸ਼ਕਿਸਮਤੀ ਇਹ ਰਹੀ ਵੀ ਬਾਬਾ ਜੀ ਨੇ ਕਿਰਪਾ ਕਰਤੀ। ਇਹ ਕਹਿੰਦੇ ਭਾਈ ਤੁਹਾਨੂੰ ਸਰਕਾਰ ਨੇ ਨੌਕਰੀਆਂ ਨਹੀਂ ਦਿੱਤੀਆਂ, ਇਸ ਕਰਕੇ ਕੰਮ ਦੀ ਚੋਰੀ ਨਹੀਂ ਕਰਨੀ ਹੈ। ਕਿਤੇ ਲੇਟ ਜਾਊਂ, ਉੱਥੋਂ ਫੜ ਲਓ ਮਾਰਿਆ ਮੋ, ਉੱਥੇ ਰਿਸ਼ਵਤਾਂ ਲਾਉਂ, ਜਾਂ ਉੱਥੋਂ ਆਪਣਾ ਵੀ ਹਾਂ ਜੀ ਅੱਜ ਅਫਸਰ ਹੈ ਨਹੀਂ ਗਾ, ਚਲੋ ਅਫਸਰ ਜਾਈਏ, ਦਫ਼ਤਰ ਜਾਈਏ, ਬਾਜ਼ਾਰ ਘੁੰਮ ਆਈਏ। ਨਹੀਂ, ਤੁਹਾਨੂੰ ਨੌਕਰੀ ਦਿੱਤੀ ਹੈ ਪਰਮਾਤਮਾ ਨੇ। ਪਰਮਾਤਮਾ ਜੇ ਤੁਹਾਡੀ ਪਬਲਿਕ ਡੀਲਿੰਗ ਹੈ, ਤਾਂ ਪਰਮਾਤਮਾ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਆ ਕੇ ਤੁਹਾਡਾ ਇਮਤਿਹਾਨ ਲੈ ਸਕਦਾ। ਤੁਸੀਂ ਸਭ ਦੇ ਵਿੱਚ ਹੀ ਪਰਮਾਤਮਾ ਦੇਖਣਾ, ਆਪਦੇ ਕੰਮ ਨੂੰ ਇਮਾਨਦਾਰੀ ਨਾਲ ਕਰਨਾ। ਸਾਧ ਸੰਗਤ ਜੀ, ਉਹਦਾ ਸਿੱਟਾ ਇਹ ਨਿਕਲਿਆ ਵੀ ਚੈਨ ਦੀ ਨੀਂਦ ਸੌਂਦੇ ਆ। ਜੇ ਹੋ ਸਕਦਾ ਬਾਬਾ ਜੀ ਸਿੱਖਿਆ ਨਾ ਦਿੰਦੇ, ਜਾਂ ਕਿਤੇ
ਸ਼ੁਰੂ ਤੋਂ ਬਜ਼ੁਰਗਾਂ ਤੋਂ ਸਿੱਖਿਆ ਨਾ ਮਿਲਦੀ, ਅਸੀਂ ਵੀ ਕਿਤੇ ਔਜੜ ਰਾਹ ਪਏ ਹੁੰਦੇ। ਹੁਣ ਪਛਤਾਵੇ 'ਚ ਨੀਂਦ ਨਾ ਆਉਂਦੀ, ਗੋਲੀਆਂ ਖਾ ਖਾ ਸੌਣਾ ਪੈਂਦਾ। ਗਰੀਬ ਨਵਾਜ਼ ਕਹਿੰਦੇ ਉਹ ਪਰਿਵਾਰ, ਉਹ ਘਰ ਤ੍ਰਿਕਾਰਯੋਗ ਹੈ ਜਿਹਦੇ ਰਾਹੀਂ ਤੂੰ ਇੱਥੇ ਉਲਝ ਗਿਆ। ਤੈਨੂੰ ਜਿਹਦੇ ਰਾਹੀਂ ਪਰਮਾਤਮਾ ਨਾਲ ਪਿਆਰ ਨਹੀਂ ਪਿਆ ਹੈ। ਸਾਧ ਸੰਗਤ, ਸਾਡਾ ਮੇਨ ਕੰਮ ਇੱਥੇ ਆ ਕੇ ਪਰਮਾਤਮਾ ਨਾਲ ਇਸ਼ਕ ਮੁਹੱਬਤ ਹੀ ਪਾਉਣਾ, ਪਰਮਾਤਮਾ ਨਾਲ ਪਿਆਰ ਪਾਉਣਾ ਹੀ ਸਾਡਾ ਇੱਥੇ ਮੁੱਖ ਕੰਮ ਹੈ। ਜਿਹੜਾ ਅਸੀਂ ਨਾਮ ਜਪਦੇ ਹਾਂ, ਨਾਮ ਜਪਣਾ ਵੀ ਤਾਂ ਉਹਦੇ ਨਾਲ ਪਿਆਰ ਪਾਉਣ ਦਾ ਇੱਕ ਸਾਧਨ ਹੈ। ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਇਹ ਵੀ ਉਹਦੇ ਨਾਲ ਪਿਆਰ ਪਾਉਣ ਦਾ ਤਰੀਕਾ ਹੈ। ਸਾਧ ਸੰਗਤ ਜੀ, ਜਦੋਂ ਅਸੀਂ ਉਹਦੇ ਗੁਣਾਂ ਨੂੰ ਵਿਚਾਰਦੇ ਹਾਂ, ਪਰਮਾਤਮਾ ਤੇਰਾ ਕਿੰਨਾ ਸ਼ੁਕਰ ਹੈ, ਤੂੰ ਮੈਨੂੰ ਪੰਜਾਬ ਵਰਗੇ ਸੂਬੇ ਦੇ ਵਿੱਚ ਜਨਮ ਦਿੱਤਾ ਜਿੱਥੇ ਅਸੀਂ 6 ਰੁੱਤਾਂ ਦਾ ਆਨੰਦ ਮਾਣਦੇ ਹਾਂ। ਤੁਸੀਂ ਇੱਧਰ ਚਲੇ ਜਾਓ, ਉੱਧਰ ਪੱਖੀ ਨਹੀਂ ਹੈਗੇ ਕਿਉਂਕਿ ਵੈਸੀ ਠੰਡ ਪੈਂਦੀ ਹੈ ਸਾਰਾ ਸਾਲ। ਤੁਸੀਂ ਇੱਧਰ ਚਲੇ ਜਾਓ, ਇਹ ਰਜਾਈਆਂ ਦਾ ਨਿੱਘ ਨਹੀਂ ਮਾਣਦੇ, ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਯਾਰ ਠੰਡ ਕਿਵੇਂ ਹੁੰਦੀ ਆ। ਇੱਧਰ ਰਾਜਸਥਾਨ ਵੱਲ ਚਲੇ ਜਾਓ, ਪਾਣੀ ਉਹ ਨਹੀਂ ਮਿਲਦਾ, ਮਿੱਟੀ ਉੱਡ ਉੱਡ ਕੇ ਪੈਂਦੀ ਆ। ਪੰਜਾਬ ਵਰਗੇ ਸੂਬੇ 'ਚ ਜਨਮ ਦਿੱਤਾ, ਸਤਿਗੁਰੂ ਤੇਰਾ ਸ਼ੁਕਰ ਹੈ। ਫਿਰ ਮੇਰੇ ਪ੍ਰੀਤਮ, ਤੇਰਾ ਕਿੰਨਾ ਸ਼ੁਕਰ ਹੈ, ਤੂੰ ਸਾਨੂੰ ਗੁਰਸਿੱਖਾਂ ਦੇ ਘਰ ਦੇ ਵਿੱਚ ਜਨਮ ਦਿੱਤਾ ਹੈ। ਮਹਾਰਾਜ, ਫਿਰ ਤੇਰਾ ਫਿਰ ਸ਼ੁਕਰ ਹੈ, ਤੂੰ ਸਾਨੂੰ ਔਜੜ ਰਾਹ ਨਹੀਂ ਪੈਣ ਦਿੱਤਾ, ਗੁਰਸਿੱਖੀ ਬਖਸ਼ੀ ਹੈ। ਦਾਤਿਆ ਤੇਰੀ ਕਿੰਨੀ ਕਿਰਪਾ ਹੈ, ਤੂੰ ਅੰਮ੍ਰਿਤ ਦੀ ਦਾਤ ਵੀ ਬਖਸ਼ਿਸ਼ ਕੀਤੀ ਹੈ। ਮੇਰੇ ਦਾਤਿਆ ਤੇਰਾ ਕਿੰਨਾ ਕਿਰਪਾ ਹੈ, ਤੂੰ ਨਿਤਨੇਮ ਦੀ ਦਾਤ ਵੀ ਰੋਜ਼ ਬਖਸ਼ਦਾ। ਤੇਰੀ ਕਿੰਨੀ ਕਿਰਪਾ ਹੈ ਦਾਤਿਆ ਕਿ ਤੂੰ ਸਾਧ ਸੰਗਤ ਵੀ ਬਖਸ਼ਦਾ, ਆਪਣੇ ਦਦਾਰੇ ਵੀ ਬਖਸ਼ਦਾ। ਸਾਧ ਸੰਗਤ, ਜਦੋਂ ਅਸੀਂ ਉਹਦੇ ਗੁਣਾਂ ਨੂੰ ਯਾਦ ਕਰਾਂਗੇ ਨਾ ਵੀ ਦਾਤਾ ਇਹ ਧੋਤੇ ਹੋਏ ਕੱਪੜੇ ਤੂੰ ਬਖਸ਼ੇ ਨੇ ਮੈਨੂੰ, ਇਹ ਦਸਤਾਰ ਸਜਾਉਣ ਦੀ ਕਲਾ ਵੀ ਤੂੰ ਬਖਸ਼ੀ ਹੈ, ਇਹ ਜਿਹੜਾ ਹੈ ਨਾਮਦਾਨ ਇਸ਼ਨਾਨ ਦੀ ਕਿਰਪਾ ਵੀ ਤੂੰ ਹੀ ਕਰ ਰਿਹਾ। ਸਾਧ ਸੰਗਤ, ਜਦੋਂ ਉਹਦੇ ਗੁਣਾਂ ਨੂੰ ਯਾਦ ਕਰਾਂਗੇ ਫਿਰ ਉਹਦੇ ਨਾਲ ਪਿਆਰ ਪੈ ਜਾਂਦਾ, ਫਿਰ ਉਹਦੇ ਨਾਲ ਪ੍ਰੇਮ ਪੈਂਦਾ। ਜਦੋਂ ਉਹਦੇ ਗੁਣਾਂ ਨੂੰ ਆਪਾਂ ਨਾ, ਸਾਡੀ ਇੱਕ ਪ੍ਰਵਿਰਤੀ ਆ, ਉਹ ਸਾਨੂੰ ਲੱਖਾਂ ਚੀਜ਼ਾਂ ਦੇਵੇ, ਇੱਕ ਚੀਜ਼ ਨਾ ਦੇਵੇ, ਅਸੀਂ ਲੱਖਾਂ ਨੂੰ ਭੁੱਲ ਜਾਵਾਂਗੇ। ਲੈ ਰੱਬਾ, ਤੈਂ ਆਹ ਤਾਂ ਮੈਨੂੰ ਕੀਤਾ ਨਹੀਂ, ਆਹ ਤਾਂ ਤੈਂ ਮੈਨੂੰ ਦਿੱਤਾ ਨਹੀਂ ਹੈਗਾ। ਇੱਕ ਯਾਦ ਰੱਖਣਾ, ਕੋਈ ਵੀ ਬੰਦਾ ਆਪਣੇ ਆਪ 'ਤੇ ਸੈਟਿਸਫਾਈਡ ਨਹੀਂ ਹੈ, ਉਹਦੀ ਤਸੱਲੀ ਨਹੀਂ ਹੈ। ਜਿਹੜਾ ਕੋਈ ਪਤਲਾ ਉਹ ਕਹਿੰਦਾ ਮੈਂ ਮੋਟਾ ਹੋ ਜਾਂਦਾ, ਮੇਰੇ ਕੱਪੜੇ ਪਾਏ ਸੋਹਣੇ ਲੱਗਦੇ। ਜਿਹੜਾ ਕੋਈ ਮੋਟਾ ਉਹ ਕਹਿੰਦੇ ਵੀਰ ਜੀ ਸਾਨੂੰ ਦੱਸ ਦਿਓ ਤੁਸੀਂ ਪਤਲੇ ਕਿਵੇਂ ਹੋ। ਜਿਹੜਾ ਕੋਈ ਲੰਬਾ ਉਹ ਕਹਿੰਦਾ ਕੀ ਆ ਯਾਰ, ਕਹਿੰਦਾ ਐਵੇਂ ਗਰਦਨ ਝੁਕਾ ਕੇ ਤੋਰਨਾ ਪੈਂਦਾ। ਜਿਹੜਾ ਮਾਧਰਾ ਉਹ ਕਹਿੰਦਾ ਕੀ ਆ ਯਾਰ, ਕਹਿੰਦਾ ਬਈ ਲੰਬਾ ਹੋਣਾ ਚਾਹੀਦਾ ਸੀ। ਕਿਸੇ ਗਰੀਬ ਘਰ 'ਚ ਜੰਮ ਪਿਆ ਉਹ ਕਹਿੰਦਾ ਅਮੀਰਾਂ ਨੂੰ ਮੌਜਾਂ ਕਾਰਾਂ 'ਤੇ ਚੜ੍ਹੇ ਫਿਰਦੇ ਨੇ। ਜਿਹੜੇ ਅਮੀਰ ਨੇ ਉਹ ਕਹਿੰਦੇ ਗਰੀਬਾਂ ਨੂੰ ਮੌਜਾਂ, ਕਹਿੰਦੇ ਨਾ ਚੋਰੀ ਦਾ ਫਿਕਰ ਨਾ ਹੋਰ, ਕਹਿੰਦੇ ਮੌਜ ਨਾਲ ਆਪਦੀਆਂ ਢੋਲੇ ਦੀਆਂ ਗਾਉਂਦੇ ਨੇ, 4 ਰੋਟੀਆਂ ਪਕਾਉਂਦੇ। ਅੱਜ ਤੱਕ ਦੇਖੋ ਮੈਨੂੰ 59 ਸਾਲ ਦਾ ਹੋ ਗਿਆ, 59 ਸਾਲ ਦੇ ਵਿੱਚ ਮੈਨੂੰ ਦਾ ਕੋਈ ਬੰਦਾ ਐਸਾ ਮਿਲਿਆ ਨਹੀਂ ਜਿਹੜਾ ਕਹਿੰਦਾ ਹੋਵੇ ਯਾਰ ਵੀ ਮੈਂ ਠੀਕ ਹਾਂ। ਹਰੇਕ ਬੰਦੇ ਹੀ ਕਹਿੰਦੇ ਨੇ ਜੀ ਆਹ ਚਿੜੀਆਂ ਜਨੌਰ, ਸਾਡੇ ਨੂੰ ਤਾਂ ਚਿੜੀ ਜਨੌਰ ਵੀ ਚੰਗੇ ਨੇ। ਮੈਂ ਆਖਾਂ ਮੈਂ ਚਿੜੀ ਜਨੌਰ ਤਾਂ ਚੰਗੇ ਨੇ ਕਿ ਉਹ ਰੱਬ ਦੇ ਭਾਣੇ 'ਚ ਰਾਜੀ ਰਹਿੰਦੇ ਨੇ, ਉਹ ਤਾਂ ਚੰਗੇ ਨੇ। ਤੁਸੀਂ ਰੱਬ ਦੇ ਭਾਣੇ 'ਚ ਰਾਜੀ ਨਹੀਂ ਰਹਿੰਦੇ ਹੈਗੇ, ਤੁਹਾਨੂੰ ਤਾਂ ਇੱਕ ਡੰਗ ਰੋਟੀ ਨਾ ਮਿਲੇ ਘਰੇ ਹੱਲਾ ਗੋਲਾ ਮੱਚ ਜਾਂਦਾ। ਉਹ ਤਾਂ ਕਿੰਨੇ ਦਿਨਾਂ ਦੀ ਝੜੀ ਲੱਗ ਜਾਂਦੀ ਆ, ਵਿਚਾਰੇ ਕੋਟਾਣੀ 'ਤੇ ਬੈਠੇ ਰਹਿੰਦੇ ਨੇ, ਕਿੰਨੇ ਦਿਨ ਭੁੱਖੇ ਸਾਰ ਲੈਂਦੇ ਨੇ। ਉਹ ਤਾਂ ਚੰਗੇ ਨੇ ਸਾਡੇ ਨਾਲੋਂ। ਅਸੀਂ ਤਾਂ ਉਹਦੇ ਰਜਾ 'ਚ ਰਾਜੀ ਨਹੀਂ ਹੈਗੇ, ਉਹ ਉਹਦੇ ਭਾਣੇ 'ਚ ਰਾਜੀ ਨੇ। ਆਹ ਕੁੱਤਾ ਦੇਖੋ, ਉਹਨੂੰ ਵਿਚਾਰੇ ਨੂੰ ਆ ਫਿਰਦਾ ਗਲੀ ਗਲੀ, ਹਰੇਕ ਘਰ ਵਾਲਾ ਉਹਨੂੰ ਕੋਈ ਜੀ ਆਇਆ ਨਹੀਂ ਕਹਿੰਦਾ, ਚੱਲ ਚੱਲ ਹਟ ਹਟ, ਉਹਨੂੰ ਦਰਕਾਰਾਂ ਪੈਂਦੀਆਂ ਨੇ। ਉਹ ਫਿਰ ਵੀ ਵਿਚਾਰਾ ਪੂਛਾ ਲਿਆਉਂਦਾ ਰਹਿੰਦਾ। ਸਾਨੂੰ ਕੋਈ ਮਾੜਾ ਜਿਹਾ ਪੁੱਠਾ ਬੋਲ ਕੇ ਦੇਖੇ, ਮਤਲਬ ਜ਼ਿੰਦਗੀ ਭਰ ਨਹੀਂ ਬੋਲਦੇ, ਅਗਲੇ ਨਾਲ ਕਲਾਮ ਨਹੀਂ ਕਰਦੇ। ਉਹ ਇਸ ਕਰਕੇ ਸੌਖੇ ਨੇ। ਅਸੀਂ ਆਪਦੀਆਂ ਤ੍ਰਿਸ਼ਨਾਵਾਂ ਆਸ਼ਾਵਾਂ ਵਧਾਈਆਂ ਹੋਈਆਂ ਨੇ, ਇਸ ਕਰਕੇ ਅਸੀਂ ਦੁਖੀ ਹਾਂ। ਉਹਨਾਂ ਦੀਆਂ ਲੋੜਾਂ ਹੀ ਬੜੀਆਂ ਸੀਮਤ ਨੇ। ਚਲੋ ਖੈਰ, ਮਤਲਬ ਅਸੀਂ ਰੱਬ ਨੂੰ ਉਲਾਂਭੇ ਦੇਣ 'ਤੇ ਸ਼ਿਕਵੇ ਦੇਣ 'ਤੇ ਜ਼ੋਰ ਰੱਖਦੇ ਹਾਂ, ਇਸ ਕਰਕੇ ਅਸੀਂ ਸੌਖੇ ਨਹੀਂ ਹੈਗੇ। ਮਹਾਰਾਜ ਜੀ ਕਹਿੰਦੇ ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੈ ਸੋਏ। ਦੇਖੋ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹ ਮੇਰਾ ਮਿੱਤਰ ਹੈ ਜਿਹੜਾ ਹਰੀ ਦੇ ਗੁਣ ਗਾਉਂਦਾ। ਸਾਧ ਸੰਗਤ ਜੀ, ਆਪਾਂ ਨਾ ਕੋਈ ਆਪਣੇ ਮੁਹੱਲੇ 'ਚ ਤਕੜਾ ਬੰਦਾ ਹੋਵੇ, ਆਪਾਂ ਉਹਦੇ ਨਾਲ ਦੋਸਤੀ ਪਾਉਣ ਨੂੰ, ਸੰਬੰਧ ਜੋੜਨ ਨੂੰ ਅਸੀਂ ਬੜੀ ਕੋਸ਼ਿਸ਼ ਕਰਦੇ ਹਾਂ। ਇੱਥੇ ਗੁਰੂ ਅਮਰਦਾਸ ਮਹਾਰਾਜ ਸਾਡੇ ਮਿੱਤਰ ਬਣ ਰਹੇ ਨੇ। ਹਰੀ ਦੇ ਗੁਣ ਜਿਹੜਾ ਕੋਈ ਗਾਉਂਦਾ ਕਹਿੰਦਾ ਸਾਡਾ ਮਿੱਤਰ ਹੈ। ਹਰ ਨਾਮ ਬਿਨਾ ਮੈਂ ਅਵਰ ਨਾ ਕੋਏ। ਹਰੀ ਦੇ ਨਾਮ ਤੋਂ ਬਗੈਰ ਤਾਂ ਮੈਨੂੰ ਕਹਿੰਦੇ ਹੋਰ ਕੋਈ ਚੰਗਾ ਹੀ ਨਹੀਂ ਲੱਗਦਾ। ਮੈਨੂੰ ਚੰਗਾ ਹੀ ਹਰੀ ਦਾ ਨਾਮ ਲੱਗਦਾ, ਮੈਨੂੰ ਹਰੀ ਦਾ ਨਾਮ ਹੀ ਨਹੀਂ ਚੰਗਾ ਲੱਗਦਾ। ਬਾਬਾ ਕਬੀਰ ਜੀ ਨੂੰ ਇੱਕ ਵਾਰੀ ਕਿਸੇ ਨੇ ਕਿਹਾ, ਕਹਿੰਦੇ ਕਬੀਰ ਜੀ
ਚਲੋ ਆਪਾਂ ਮੇਲਾ ਦੇਖ ਆਈਏ, ਬੜੀਆਂ ਰੌਣਕਾਂ ਨੇ। ਉਹ ਕਹਿੰਦੇ ਵੀ ਤੁਸੀਂ ਦੇਖ ਆਓ, ਮੈਂ ਕੀ ਕਰਨਾ ਹੈ। ਕਹਿੰਦੇ ਨਹੀਂ ਨਹੀਂ, ਚਲੋ ਚਲੋ ਚਲੋ। ਚਲੇ ਗਏ, ਦੇਖਿਆ। ਜਦੋਂ ਮੁੜੇ ਕਹਿੰਦੇ ਕਬੀਰ ਜੀ ਕਿੰਨਾ ਨਜ਼ਾਰਾ ਸੀ ਉੱਥੇ ਮੇਲੇ 'ਚ, ਹੈ ਨਾ, ਕਿੰਨਾ ਭੀੜ ਭੜੱਕਾ ਸੀ। ਬਾਬਾ ਕਬੀਰ ਜੀ ਕਹਿੰਦੇ ਰਾਮ ਸਨੇਹੀ ਵਾਰ ਆ ਉਜਰ ਮੇਰਾ ਭਾਏ। ਮੇਰੇ ਭਾਰਾ ਤਾਂ ਉੱਥੇ ਉਜਾੜੇ ਸੀ, ਮੈਨੂੰ ਤਾਂ ਰਾਮ ਸਨੇਹੀ ਤਾਂ ਕੋਈ ਮਿਲੇ ਹੀ ਨਹੀਂ ਹੈਗਾ, ਰੱਬ ਦਾ ਪਿਆਰਾ ਤਾਂ ਕੋਈ ਮਿਲੇ ਨਹੀਂ। ਕੋਈ ਉੱਥੇ ਚੂੜੀਆਂ ਬੰਗਾ ਖਰੀਦਣ ਗਿਆ, ਕੋਈ ਉੱਥੇ ਜਿਹੜਾ ਹੈ ਆਪਣਾ ਕੁਛ ਹੋਰ ਕਰਨ ਗਿਆ। ਤਰ੍ਹਾਂ ਤਰ੍ਹਾਂ ਦੀ ਭਾਵਨਾ ਲੈ ਕੇ ਲੋਕ ਜਾਂਦੇ ਨੇ। ਪਰਮਾਤਮਾ ਦੇ ਪਿਆਰੇ ਨੂੰ ਤਾਂ ਸਾਧ ਸੰਗਤ ਜੀ ਕਹਿੰਦੇ ਹਾਣ ਨੂੰ ਹਾਣ ਪਿਆਰਾ ਹੁੰਦਾ। ਜਿਹੋ ਜਿਹਾ ਬੰਦਾ ਹੁੰਦਾ ਨਾ, ਉਹ ਉਹੋ ਜਿਹੇ ਬੰਦੇ ਨਾਲ ਦੋਸਤੀ ਕਰਨੀ ਚਾਹੁੰਦਾ। ਹੁਣ ਕਿੰਨੇ ਨਾਮ 'ਚ ਰੰਗੇ ਹੋਣਗੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ। ਉਹ ਕਹਿੰਦੇ ਮੈਨੂੰ ਤਾਂ ਉਹੀ ਮੇਰਾ ਮਿੱਤਰ ਹੈ। ਅੱਗੇ ਸਤਿਗੁਰੂ ਨੇ ਸਤਿਗੁਰ ਤੇ ਹਮ ਗਤ ਪਤ ਪਾਈ, ਹਰ ਨਾਮ ਧਿਆਇਆ ਦੁਖ ਸਗਲ ਮਿਟਾਈ, ਸਦਾ ਆਨੰਦ ਹਰ ਨਾਮ ਲਿਵ ਲਾਈ। ਸਤਿਗੁਰੂ ਤੇ ਕਹਿੰਦੇ ਅਸੀਂ ਆਤਮਿਕ ਅਵਸਥਾ ਅਤੇ ਇੱਜ਼ਤ ਪ੍ਰਾਪਤ ਕੀਤੀ ਹੈ ਸਤਿਗੁਰੂ ਤੋਂ। ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਦੀ ਜੋਤ ਹੀ ਨੇ। ਇਹ ਕਦੇ ਆਧਾਰ ਨਹੀਂ ਰੱਖਦੇ। ਤੋ ਆਪਾਂ ਪਰਤਿਆ ਕੇ ਦੇਖੀਏ, ਇੱਕ ਅਜ਼ਮਾ ਕੇ ਦੇਖੀਏ ਗੱਲ। ਜਿੰਨਾ ਕੁ ਸਤਿਕਾਰ ਅਸੀਂ ਗੁਰੂ ਮਹਾਰਾਜ ਦਾ ਕਰਦੇ ਹਾਂ, ਉਸ ਤੋਂ ਹਜ਼ਾਰਾਂ ਲੱਖਾਂ ਗੁਣਾ ਵੱਧ ਸਤਿਕਾਰ ਸਾਨੂੰ ਸਮਾਜ ਤੋਂ ਦਿਵਾਉਂਦੇ ਨੇ। ਜੇ ਕਿਤੇ ਅੰਦਰਲੇ ਮਨੋਂ ਇਹਨਾਂ ਦਾ ਸਤਿਕਾਰ ਕਰ ਦਈਏ, ਫਿਰ ਤਾਂ ਪਤਾ ਨਹੀਂ ਇਹ ਬ੍ਰਹਮ ਗਿਆਨ ਦੀ ਅਵਸਥੇ ਬਖਸ਼ਣ। ਜੇ ਮੈਂ ਕਹਿੰਦਾ ਆਮ ਆਪਾਂ ਲੋਕ ਦਿਖਾਵੇ ਦੇ ਵਜੋਂ ਵੀ ਸਤਿਕਾਰ ਕਰੀ ਜਾਏਗੀ ਨਾ, ਫਿਰ ਵੀ ਦੁਨੀਆ ਬਹੁਤ ਸਤਿਕਾਰ ਕਰਦੀ ਹੈ। ਕਈ ਵਾਰੀ ਮੈਂ ਸੋਚਦਾ ਵੀ ਮਨਾ ਇਹ ਦੇਖੋ, ਆਪਾਂ ਬਾਬਾ ਜੀ ਦੇ ਚਰਨਾਂ ਨਾਲ ਜੁੜੇ ਹਾਂ, ਬਾਬਾ ਜੀ ਨੇ ਸਾਨੂੰ ਬਾਣੀ ਨਾਲ ਜੋੜਿਆ। ਹਾਲਾਂਕਿ ਅਜੇ ਉਹ ਅਵਸਥਾ ਨਹੀਂ ਆਈ ਜੋ ਆਉਣੀ ਚਾਹੀਦੀ ਸੀ, ਪਰ ਫਿਰ ਵੀ ਬਾਜ਼ਾਰ 'ਚ ਜਾਈਏ, ਕਿਸੇ ਚੌਕ 'ਚ ਖੜੇ ਹੋਈਏ, ਕੋਈ ਫਾਟਕ ਬੰਦਾ ਉੱਥੇ ਖੜੇ ਹੋਈਏ, ਕੋਈ ਨਾ ਕੋਈ ਆ ਕੇ ਵੀਰ ਜੀ ਵਾਹਿ ਖਾਲਸਾ ਵੈਰੀ ਫਤਿਹ। ਕਈ ਵਾਰੀ ਮੈਂ ਦੇਖਿਆ ਭੈਣਾਂ ਬਾਜ਼ਾਰ 'ਚ ਜਾਂਦੇ ਹਾਂ, ਭੈਣਾਂ ਦੇਖਿਆ ਦੂਰੋਂ ਸਿਰ ਢੱਕ ਕੇ ਫਿਰ ਕੋਲ ਆ ਕੇ ਬੜੀ ਨਿਮਰਤਾ ਨਾਲ ਵੀਰ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਈ ਵਾਰੀ ਆਪਣੇ ਆਪ 'ਤੇ ਸ਼ਰਮ ਆਉਂਦੀ ਹੈ ਵੀ ਦੱਸ ਰਘਵੀਰ ਸਿੰਘ ਤੂੰ ਇਹਦੇ ਯੋਗ ਹੈ ਜਿਹੜਾ ਇੰਨਾ ਸਤਿਕਾਰ। ਹਾਲਾਂਕਿ ਉਹ ਸਤਿਕਾਰ ਅਜੇ ਨਹੀਂ ਕਰ ਰਿਹਾ ਮੈਂ ਜਿੰਨਾ ਮੈਨੂੰ ਕਰਨਾ ਚਾਹੀਦਾ। ਜਿੰਨੀਆਂ ਉਹਦੀਆਂ ਦਾਤਾਂ ਨੇ, ਜਿੰਨੀ ਉਹਦੀ ਕਿਰਪਾ ਹੈ, ਜਿੰਨੀ ਉਹਦੀ ਮਿਹਰਬਾਨੀਆਂ ਨੇ, ਉਹਦੇ ਮੁਤਾਬਕ ਤਾਂ ਕੁਛ ਵੀ ਸਤਿਕਾਰ ਨਹੀਂ ਕਰ ਰਹੇ। ਜੇ ਕਿਤੇ ਓਨਾ ਸਤਿਕਾਰ ਕਰ ਦਈਏ ਫਿਰ ਤਾਂ ਸਾਧ ਸੰਗਤ ਜੀ ਜਿਵੇਂ ਕਹਿੰਦੇ ਲੋਕ ਹੱਥਾਂ 'ਤੇ ਚੱਕ ਲੈਣ। ਹੁਣ ਗੁਰੂ ਮਹਾਰਾਜ ਕਹਿੰਦੇ ਸਤਿਗੁਰ ਤੇ ਹਮ ਗਤ ਪਤ ਪਾਈ। ਇੱਜ਼ਤ ਵੀ ਸਾਨੂੰ ਸਤਿਗੁਰੂ ਦੇ ਦਰ ਤੋਂ ਮਿਲਦੀ ਹੈ, ਤੇ ਉੱਚੀ ਆਤਮਿਕ ਅਵਸਥਾ ਵੀ ਸਾਨੂੰ ਸਤਿਗੁਰੂ ਦੇ ਦਰ ਤੋਂ ਹੀ ਮਿਲਦੀ ਹੈ। ਹਰ ਨਾਮ ਧਿਆਇਆ ਦੁੱਖ ਸਗਲ ਮਿਟਾਈ। ਗੁਰੂ ਨੇ ਸਾਡੇ ਤੇ ਕਿਰਪਾ ਕੀਤੀ, ਹਰੀ ਦੇ ਨਾਮ 'ਚ ਧਿਆਨ ਜੋੜਿਆ, ਹਰੀ ਦੇ ਨਾਮ ਨੂੰ ਧਿਆਇਆ ਤੇ ਦੁੱਖ ਸਗਲ ਮਿਟਾਈ। ਹਰ ਤਰ੍ਹਾਂ ਦਾ ਦੁੱਖ, ਮਾਨਸਿਕ ਦੁੱਖ, ਸਰੀਰਕ ਦੁੱਖ, ਆਤਮਿਕ ਦੁੱਖ, ਸਮਾਜਿਕ ਦੁੱਖ, ਪਰਿਵਾਰਕ ਦੁੱਖ, ਆਰਥਿਕ ਦੁੱਖ। ਕਿੰਨੇ ਦੁੱਖ ਨੇ ਸਾਧ ਸੰਗਤ ਜੀ, ਕੋਈ ਦੁੱਖ ਦੀ ਕੋਈ ਇੱਕ ਕਿਸਮ ਥੋੜ੍ਹਾ। ਮਹਾਰਾਜ ਕਹਿੰਦੇ ਸਾਰੇ ਹੀ ਦੁੱਖ, ਲੋਕ ਦੇ ਦੁੱਖ, ਪਰਲੋਕ ਦੇ ਦੁੱਖ, ਸਾਰੇ ਹੀ ਦੁੱਖ ਖਤਮ ਕਰਤੇ। ਸਦਾ ਆਨੰਦ ਹਰ ਨਾਮ ਲਿਵ ਲਾਈ। ਕਹਿੰਦੇ ਹੁਣ ਹਰੀ ਦੇ ਨਾਮ ਨਾਲ ਲਿਵ ਜੁੜ ਗਈ ਤੇ ਹਮੇਸ਼ਾ ਹੀ ਆਨੰਦ ਹੈ। ਆਮ ਕਰਕੇ ਕਹਿੰਦੇ ਨੇ ਕਹਿੰਦੇ ਸਦਾ ਦੀਵਾਲੀ ਸਾਧਤੀ ਅਠੇ ਪਹਿਰ ਬਸੰਤ। ਸਾਡੀ ਦੀਵਾਲੀ ਤਾਂ ਸਾਲ 'ਚ ਇੱਕੋ ਵਾਰੀ ਆਉਂਦੀ ਹੈ ਨਾ। ਤਾਂ ਉਦੀ ਕੋਈ ਕੜਾਹ ਖੀਰਾਂ ਬਣਾਉਂਦੇ ਆ ਜਾਂ ਮਾਲਾ ਦੀਪ ਮਾਲਾ ਉਦੀ ਲਾਉਂਦੇ ਆ। ਆਹ ਦੇਖਦੇ ਨਾ ਆਪਾਂ ਸਾਧ ਦੇ ਦਰ 'ਤੇ ਸਾਰਾ ਸਾਲੇ ਮੱਚਦੀਆਂ ਨਾ ਦੀਪ ਮਾਲਾ, ਦੇਖਦੇ ਹਾਂ ਸਾਧ ਦੇ ਦਰ 'ਤੇ ਮੱਚਦੀਆਂ ਨੇ। ਆਪਾਂ ਲੰਘਦੇ ਹਾਂ, ਟੋਪ ਆਉਂਦੇ ਹਾਂ ਰੋਜ਼, ਤਰ੍ਹਾਂ ਤਰ੍ਹਾਂ ਦੀਆਂ ਲਾਈਟਾਂ ਰੰਗ ਬਿਰੰਗੀਆਂ ਮੱਚ ਰਹੀਆਂ। ਇਹਦਾ ਮਤਲਬ ਅੰਦਰ ਰੌਸ਼ਨੀਆਂ ਹੋ ਗਈਆਂ। ਰੌਸ਼ਨੀ ਕਰਨਾ ਇਹ ਇੱਕ ਖੁਸ਼ੀ ਦਾ ਪ੍ਰਗਟਾਵਾ ਹੁੰਦਾ। ਜਦੋਂ ਕਿਤੇ ਕਿਸੇ ਦੇ ਘਰ ਅਫਸੋਸ ਹੋਵੇ, ਉਹ ਹਨੇਰੇ 'ਚ ਬੈਠੇ ਹੁੰਦੇ ਨੇ, ਦੀਵਾ ਬਹੁਤ ਘੱਟ, ਬੜਾ ਉਹ ਨਹੀਂ ਬਾਹਰ ਦੀਪਮਾਲਾ ਕਰਦੇ। ਸਦਾ ਦੀਵਾਲੀ ਸਾਧ ਦੀ, ਇਹ ਕਹਿੰਦੇ ਸਦਾ ਆਨੰਦ ਹੈ ਹੁਣ ਹਰੀ ਦੇ ਨਾਮ ਨਾਲ ਲਿਵ ਜੋੜਨ 'ਤੇ। ਆਓ ਆਪਾਂ ਗਾਈਏ ਸਤਿਗੁਰ ਤੇ ਹਮ ਗਤ ਪਤ ਪਾਈ, ਸਤਿਗੁਰ ਤੇ ਹਮ ਗਤ ਪਤ ਪਾਈ। ਸਤਿਗੁਰ ਤੇ ਹਮ ਗਤ ਪਤ ਪਾਈ, ਸਤਿਗੁਰ ਤੇ ਹਮ ਗਤ ਪਤ ਪਾਈ। ਹਰ ਨਾਮ ਧਿਆਇਆ
ਦੁਖ ਸਗਲ ਮਿਟਾਈ ਹਰ ਨਾਮ ਧਿਆਇਆ। ਦੁਖ ਸਗਲ ਮਿਟਾਈ ਹਰ ਨਾਮ ਧਿਆਇਆ। ਦੁਖ ਸਗਲ ਮਿਟਾਈ ਹਰ ਨਾਮ ਧਿਆਇਆ। ਦੁਖ ਸਗਲ ਮਿਟਾਈ। ਸਦਾ ਆਨੰਦ ਹਰ ਨਾਮ ਲਿਵ ਲਾਈ। 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 ਗਰੀਬ ਨਵਾਜ਼ ਸਤਿਗੁਰੂ ਫਰਮਾਉਂਦੇ ਨੇ, ਗੁਰ ਮਿਲਿਆ ਹਮ ਕੋ ਸਰੀਰ ਸੁਧ ਭਈ। ਹਉਮੈ ਤ੍ਰਿਸ਼ਨਾ ਸਭ ਆਗਣ ਬੁਝਾਈ। ਬਿਨ ਸੇ ਕ੍ਰੋਧ ਖਿਮਾ ਗਹਿ ਲਈ। ਕਹਿੰਦੇ ਸਤਿਗੁਰੂ ਦੇ ਮਿਲਣ ਦੇ ਨਾਲ ਹੀ ਸਾਨੂੰ ਸਰੀਰ ਦੀ ਸੋਝੀ ਹੋਈ ਹੈ ਵੀ ਅਸੀਂ ਇਹ ਸਰੀਰ ਧਾਰਨ ਕਾਹਦੇ ਵਾਸਤੇ ਕੀਤਾ। ਆਪਾਂ ਤਾਂ ਐਂ ਲੱਗਦਾ ਨਾ ਵੀ ਆਪਾਂ ਜੰਮਿਆ ਯਾਰ, ਪਰਿਵਾਰ ਦੀ ਪਾਲਣਾ ਕਰਨੀ ਹੈ, ਪੈਸਾ ਕਮਾਉਣਾ ਹੈ, ਕੋਠੀਆਂ ਪਾਉਣੀਆਂ ਨੇ, ਕਾਰਾਂ ਖਰੀਦਣੀਆਂ ਨੇ, ਆਪਾਂ ਤਾਂ ਇਹੀ ਲੱਗਦਾ ਨਾ। ਸਤਿਗੁਰੂ ਕਹਿੰਦੇ ਨਹੀਂ, ਆਇਓ ਸੁਣਨ ਪੜਨ ਕਾ ਬਾਣੀ। ਉਹ ਕਮਲਿਆ, ਤੂੰ ਇਹ ਕੰਮ ਕਰਨੀ ਆ, ਤੂੰ ਤਾਂ ਇੱਥੇ ਬਾਣੀ ਪੜਨ ਸੁਣਨ ਵਾਸਤੇ ਆਇਆ। ਤੇਰੇ ਆਉਣ ਦਾ ਮਨੋਰਥ ਤਾਂ ਇੱਥੇ ਆ ਕੇ ਪਰਮਾਤਮਾ ਨੂੰ ਹੀ ਪ੍ਰਾਪਤੀ ਕਰਨਾ ਹੈ। ਇਹ ਤੈਨੂੰ ਗੋਲਡਨ ਚਾਂਸ ਮਿਲਿਆ, ਬੜੇ ਸਮਾਂ ਬਾਅਦ ਮਿਲਿਆ। ਦੇਖੋ ਸਤਿਗੁਰੂ ਕਹਿੰਦੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਵਰਗਾ, ਚਿਰੰਕਾਲ ਇਹ ਦੇ ਸੰਜਰੀਆ। ਰਹਿਰਾਸ ਸਾਹਿਬ ਦੇ ਵਿੱਚ ਵੀ ਆਪਾਂ ਰੋਜ਼ ਪੜ੍ਹਦੇ ਆ ਨਾ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਡੇ ਜੀਵਨ ਦਾ ਮਨੋਰਥ ਤਾਂ ਇਹ ਆ, ਪਰ ਇਹ ਮਾਇਆ ਨੇ ਸਾਨੂੰ ਭੁਲਾ ਰੱਖਿਆ। ਅਸੀਂ ਮਾਇਆ ਦੇ ਇਹ ਜਿਹੜਾ ਹੈ ਸਾਗਰ 'ਚ ਹੀ ਗੋਤੇ ਖਾ ਰਹੇ ਹਾਂ। ਇਹ ਕਹਿੰਦੇ ਸੋਝੀ ਸਾਨੂੰ ਸਤਿਗੁਰੂ ਦੇ ਮਿਲਣ ਨਾਲ ਪਈ ਆ। ਸਾਨੂੰ ਸਰੀਰ ਦੀ ਵੀ ਸਰੀਰ ਧਾਰਨ ਕਾਹਦੇ ਵਾਸਤੇ ਕੀਤਾ। ਜਦੋਂ ਫਿਰ ਗੁਰੂ ਦੇ ਉਪਦੇਸ਼ ਨੂੰ ਕਮਾਇਆ, ਸਤਿਗੁਰੂ ਨੇ ਹੁਣ ਸੋਝੀ ਤਾਂ ਦੇਤੀ। ਡਾਕਟਰ ਨੇ ਤਾਂ ਦੱਸਤਾ ਭਈ ਤੂੰ ਆਹ ਦਵਾਈ ਖਾ। ਹੁਣ ਜੇ ਆਪਾਂ ਦਵਾਈ ਨਾ ਖਾਈਏ ਸਾਧ ਸੰਗਤ ਜੀ, ਫਿਰ ਆਪਾਂ ਤੰਦਰੁਸਤ ਨਹੀਂ ਹੋ ਸਕਦੇ। ਹੁਣ ਗੁਰੂ ਨੇ ਉਪਦੇਸ਼ ਤਾਂ ਦੇਤਾ, ਜੇ ਆਪਾਂ ਉਪਦੇਸ਼ ਕਮਾਈਏ ਨਾ, ਫਿਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਆਏਗੀ, ਕੋਈ ਵੀ ਪਰਿਵਰਤਨ ਨਹੀਂ ਆਏਗਾ। ਪਰਿਵਰਤਨ ਤਾਂ ਗੁਰੂ ਦੀ ਕਿਰਪਾ ਨਾਲ ਜਦੋਂ ਉਪਦੇਸ਼ ਕਮਾਵਾਂਗੇ ਫਿਰ ਆਉਣਾ। ਹੁਣ ਕਿਰਪਾ ਹੋਈ ਹੈ, ਉਪਦੇਸ਼ ਨੂੰ ਕਮਾਇਆ, ਫਿਰ ਹੋਇਆ ਕੀ ਆ? ਹਉਮੈ ਤ੍ਰਿਸ਼ਨਾ ਸਭ ਆਗਣ ਬੁਝਾਈ। ਹਉਮੈ ਦੀ ਅੱਗ, ਤ੍ਰਿਸ਼ਨਾਵਾਂ ਦੀ ਅੱਗ, ਮਹਾਰਾਜ ਕਹਿੰਦੇ ਸਭ ਹੀ ਅੱਗ ਬੁਝ ਗਈ। ਸਾਧ ਸੰਗਤ ਜੀ, ਸਾਡੇ ਅੰਦਰ ਕਿੰਨੀਆਂ ਅੱਗਾਂ ਨੇ। ਕਾਮ ਦੀ ਅੱਗ, ਕ੍ਰੋਧ ਦੀ ਅੱਗ, ਲੋਭ ਦੀ ਅੱਗ, ਮੋਹ ਦੀ ਅੱਗ, ਹੰਕਾਰ ਦੀ ਅੱਗ, ਤ੍ਰਿਸ਼ਨਾ ਦੀ ਅੱਗ, ਆਸ਼ਾਵਾਂ ਦੀ ਅੱਗ, ਨਫ਼ਰਤ ਦੀ ਅੱਗ, ਈਰਖਾ ਦੀ ਅੱਗ। ਐਵੇਂ ਦੇਖ ਸੜੀ ਜਾਂਦੇ ਇਸ ਤਾਂ ਲੋਕਾਂ ਨੂੰ, ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ। ਕਿਸੇ ਦੀ ਵਧੀਆ ਕੋਠੀ ਦੇਖ ਲਈ ਤਾਂ ਦੇਖ ਸੜੀ ਜਾਂਦੇ ਹਾਂ, ਕਿਸੇ ਦੇ ਵਧੀਆ ਕੱਪੜੇ ਨੇ ਉਹਨੂੰ ਦੇਖ ਸੜੀ ਜਾਂਦੇ ਹਾਂ, ਕਿਸੇ ਦਾ ਉੱਚਾ ਅਹੁਦਾ ਹੈ ਫਿਰ ਦੇਖ ਸੜੀ ਜਾਂਦੇ ਹਾਂ। ਸਾਡੇ ਅੰਦਰ ਕਿੰਨੀਆਂ ਅੱਗਾਂ ਨੇ। ਸਾਧ ਸੰਗਤ ਜੀ, ਇਹਨਾਂ ਅੱਗਾਂ ਤੋਂ ਪਰਮਾਤਮਾ ਹੀ ਬਚਾਵੇ। ਬਚਾਉਂਦਾ ਉਹਨੂੰ ਹੈ ਜਿਹੜਾ ਫਿਰ ਗੁਰੂ ਦੇ ਉਪਦੇਸ਼ ਨੂੰ ਕੋਈ ਗ੍ਰਹਿਣ ਕਰਦਾ। ਨਹੀਂ ਤਾਂ ਮੈਂ ਦੇਖਿਆ ਲੋਕ ਰੋਗੀ ਹੋ ਜਾਂਦੇ ਨੇ ਸੋਚ ਕੇ, ਲੋਕਾਂ ਬਾਰੇ ਸੋਚ ਕੇ ਰੋਗੀ ਹੋਈ ਜਾਂਦੇ ਨੇ। ਕਹਿੰਦੇ ਇਹ ਹਉਮੈ ਅਤੇ ਤ੍ਰਿਸ਼ਨਾ ਦੀ ਸਭ ਅੱਗ ਅੰਦਰੋਂ ਬੁਝ ਗਈ ਇਹ ਗੁਰੂ ਦੇ ਮਿਲਣ ਦੀ ਕਿਰਪਾ ਨਾਲ। ਬਿਨ ਸੇ ਕ੍ਰੋਧ ਖਿਮਾ ਗਹਿ ਲਈ। ਕਹਿੰਦੇ ਹੁਣ ਕ੍ਰੋਧ ਅੰਦਰੋਂ ਖਤਮ ਹੋ ਗਿਆ। ਹੁਣ ਖਿਮਾ ਸਹਿਣਸ਼ੀਲਤਾ, ਹੁਣ ਸਹਿਣਸ਼ੀਲਤਾ ਧਾਰਨ ਕਰ ਲਈ। ਸਾਧ ਸੰਗਤ ਜੀ, ਸਹਿਣਸ਼ੀਲਤਾ ਇੱਕ ਬਹੁਤ ਵੱਡਾ ਗਹਿਣਾ ਹੈ ਮਨੁੱਖ ਦਾ। ਇਹ ਇੰਨਾ ਕੁ ਕੀਮਤੀ ਹੈ ਕਿ ਇਹਨੂੰ ਹਰੇਕ ਬੰਦਾ ਖਰੀਦ ਨਹੀਂ ਸਕਦਾ। ਦੇਖੋ ਗੁਸਾਈ ਤੁਲਸੀਦਾਸ ਨੇ ਕਿਹਾ, ਖੋਦ ਖਾਦ ਬਸੁਧਾ ਸਹਿ। ਬਸੁਧਾ ਧਰਤੀ ਨੂੰ ਕਹਿੰਦੇ ਨੇ। ਧਰਤੀ ਨੂੰ ਆਪਾਂ ਪੱਟੀ ਜਾਈਏ, ਬੋਰ ਕਰੀ ਜਾਈਏ, ਖੂਹ ਪੱਟ ਗਏ, ਟੋਏ ਪੱਟ ਗਏ, ਜੋ ਮਰਜ਼ੀ ਕਰੀਏ। ਖੋਦ ਖਾਦ ਬਸੁਧਾ ਸਹਿ, ਕਾਟ ਕੂਟ ਬਨਰਾਏ। ਬਨਰਾਏ ਬਨਸਪਤੀ ਨੂੰ ਕਹਿੰਦੇ ਨੇ। ਬਨਸਪਤੀ ਨੂੰ ਆਪਾਂ ਵੱਢ ਕੇ ਕਹਾੜਿਆਂ ਆਰਿਆਂ ਨਾਲ ਚੀਰੀਏ, ਇਹ ਕੋਈ ਵਿਰੋਧ ਨਹੀਂ ਕਰਦੀਆਂ। ਅੱਗੇ ਇਹ ਐਗਜ਼ਾਮਪਲ ਦਿੱਤੀ ਹੈ। ਅੱਗੇ ਕਹਿੰਦੇ ਕਟੋਰ ਬਚਨ ਸਾਧੂ ਸਹਿ, ਔਰਨ ਸਹਿ ਨਾ ਜਾਏ। ਕੌੜੇ ਬਚਨ ਇਹ ਸਾਧੂ ਹੀ ਬਰਦਾਸ਼ਤ ਕਰ ਸਕਦਾ, ਦੂਜਾ ਇਹਨੂੰ ਬਰਦਾਸ਼ਤ ਨਹੀਂ ਕਰ ਸਕਦਾ। ਮੈਂ ਦੇਖਿਆ
ਕਈ ਭਰਾਵਾਂ ਦੇ ਵਿੱਚ, ਕਈ ਭੈਣਾਂ ਦੇ ਵਿੱਚ ਬੜੀ ਨਿਮਰਤਾ ਹੁੰਦੀ ਹੈ, ਬੜੀ ਨਿਮਰਤਾ ਹੁੰਦੀ ਹੈ। ਮੈਂ ਕਈ ਵਾਰੀ ਪੁੱਛਦਾ ਵੀ ਕਮਾਲ ਯਾਰ ਤੁਹਾਨੂੰ ਗੁੱਸਾ ਨਹੀਂ ਆਉਂਦਾ? ਕਹਿੰਦੇ ਕੀ ਆ ਯਾਰ, ਕਹਿੰਦੇ ਭੌਂਕ ਗਿਆ ਸੀ। ਮੈਂ ਯਾਰ ਧੰਨ ਹੋ ਤੁਸੀਂ। ਕਈ ਮੈਂ ਭੈਣਾਂ ਨੂੰ ਪੁੱਛਦਾ ਵੀ ਤੇਰੇ ਘਰ ਵਾਲਾ ਇੰਨੇ ਉਹ ਅੜਬ ਸੁਭਾਅ ਹੈ ਵੀ ਯਾਰ ਤੈਨੂੰ ਕਦੇ ਗੁੱਸਾ ਨਹੀਂ ਆਉਂਦਾ? ਕਹਿੰਦੇ ਕੀ ਆ, ਕਹਿੰਦੇ ਵੀਰ ਜੀ ਨੇ ਤਾਂ ਆਦਤ ਇਹੀ ਆ। ਇਹਦਾ ਪੁਲਿਸ ਵਾਲੇ ਤਾਂ ਹੁੰਦੀ ਇਹੋ ਜਿਹੇ ਨੇ, ਘਰ ਵਾਲਾ ਪੁਲਿਸ ਚ ਤਾਂ ਇਹੋ ਜਿਹੇ ਹੁੰਦੇ। ਕਮਾਲ ਹੈ ਯਾਰ। ਕਈ ਮੈਂ ਭਾਈਆਂ ਨੂੰ ਪੁੱਛਦਾ ਮੈਂ ਯਾਰ ਤੇਰੇ ਘਰ ਵਾਲੀ ਐ ਮਤਲਬ ਸੂਈ ਗਿੱਦੜੀ ਵਾਂਗੂ ਪੈਂਦੀ ਆ ਵੀ ਤੈਨੂੰ ਕਦੇ ਕਹਿੰਦਾ ਯਾਰ ਕੀ ਕਰੀਏ ਹੁਣ ਟਾਈਮ ਤਾਂ ਟਪਾਉਣਾ ਹੀ ਆ, ਮਤਲਬ ਇਹਦਾ ਆਪਣਾ ਵੀ ਹੁਣ ਤਾਂ ਪਰਿਵਾਰ ਥੋੜ੍ਹਾ ਤੋੜ ਲੈਣਾ। ਆਉਂਦਾ ਗੁੱਸਾ ਕਦੇ ਕਦੇ ਆਉਂਦਾ, ਬਸ ਪੀ ਪੂ ਜਾਈਦਾ ਹੀ। ਮੈਂ ਯਾਰ ਧੰਨ ਹੋ ਥੋੜ੍ਹੀ ਪੈਰ ਕਰੋ ਇੱਧਰ ਮਾੜਾ, ਤੁਹਾਡੇ ਪੈਰਾਂ 'ਤੇ ਮੱਥਾ ਤਾਂ ਟੇਕੀਏ। ਇਹ ਗੁਣ ਮਾੜਾ ਸਾਡੇ 'ਚ ਵੀ ਆਵੇ ਕੋਈ। ਸਾਨੂੰ ਤਾਂ ਕੋਈ ਮਾੜਾ ਜਿਹਾ ਬੋਲ ਪਏ ਐ ਨਹੀਂ ਪਤਾ 6 ਮਹੀਨੇ ਭੁੱਜਦੀ ਰਹੀਏ, ਹੈ ਨਾ। ਭਾਵ ਖੇਮਾ, ਕਹਿੰਦੇ ਹੁਣ ਅੰਦਰੋਂ ਕ੍ਰੋਧ ਖਤਮ ਹੋ ਗਿਆ, ਸਹਿਣਸ਼ੀਲਤਾ ਇਹ ਹੁਣ ਧਾਰਨ ਕਰ ਲਈ, ਇਹ ਪਕੜਦੀ। ਸਾਧ ਸੰਗਤ ਜੀ ਇਹ ਸਾਧਗਿਰੀ ਗੱਲਾਂ ਨਾਲ ਨਹੀਂ ਆਉਂਦੀ, ਬੜੀ ਲੰਬੀ ਘਾਲਣਾ ਇਹਦੇ ਪਿੱਛੇ ਹੁੰਦੀ ਆ। ਆਪਾਂ ਘਰ ਪਾਉਂਦੇ ਹਾਂ ਨਾ, ਕਿੰਨੇ ਸਾਲਾਂ ਦੀ ਕਮਾਈ, ਕਈ ਵਾਰ ਤਾਂ ਸਾਰੀ ਉਮਰ ਦੀ ਕਮਾਈ ਉਹਦੇ ਪਿੱਛੇ ਹੁੰਦੀ ਆ ਘਰ ਦੇ। ਕਿੰਨਾ ਸਮਾਂ ਉਹਦੇ ਉੱਤੇ ਲੱਗ ਜਾਂਦਾ। ਇਹ ਜਿਹੜੇ ਗੁਣ ਨੇ ਆਪਾਂ ਧਾਰਨ ਕੀਤੇ ਹੋਏ ਨੇ, ਇਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਕਈ ਵਾਰੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਇਹਨਾਂ ਦੇ ਉੱਤੇ ਲੱਗਿਆ ਹੁੰਦਾ। ਗਰੀਬ ਨਵਾਜ ਅੱਗੇ ਕਹਿੰਦੇ ਹਰ ਆਪੇ ਕਿਰਪਾ ਕਰੇ ਨਾਮ ਦੇਵੈ, ਗੁਰਮੁਖ ਰਤਨ ਕੋ ਵਿਰਲਾ ਲੇਵੈ, ਨਾਨਕ ਗੁਣ ਗਾਵੈ ਹਰ ਅਲਖ ਅਭੇਵੈ। ਪਰਮਾਤਮਾ ਜੀ ਆਪੇ ਕਿਰਪਾ ਕਰਨ ਤਾਂ ਨਾਮ ਦਿੰਦੇ ਨੇ। ਸਾਧ ਸੰਗਤ ਜੀ ਇੱਕ ਆਪਣੇ ਪੰਜਾਬੀ ਦੀ ਅਖੌਤ ਹੈ, ਕਹਿੰਦੇ ਰੋਏ ਬਗੈਰ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ। ਹੁਣ ਜੇ ਗੁਰੂ ਤੋਂ ਰੱਬ ਤੋਂ ਆਪਾਂ ਮੰਗਾਂਗੇ ਨਹੀਂ ਵੀ ਮੈਨੂੰ ਨਾਮ ਦੀ ਦਾਤ ਦੇ, ਉਹ ਫਿਰ ਕਿਵੇਂ ਦੇਣਗੇ। ਸਾਡੇ ਇੱਕ ਰਿਸ਼ਤੇਦਾਰ ਹੈ, ਉਹ ਸਾਡੀ ਬੀਬੀ ਨੂੰ ਕਹਿਣ ਲੱਗਿਆ, ਕਹਿੰਦਾ ਵੀ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ। ਉਹ ਕਹਿੰਦੀ ਪਾਠ ਤਾਂ ਤੂੰ ਕਰਦਾ ਹੀ ਆ। ਕਹਿੰਦੇ ਹਾਂ ਪਾਠ ਤਾਂ ਮੈਂ ਕਰਦਾ, ਪਰ ਫਿਰ ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਉਹ ਕਹਿੰਦੇ ਅੰਮ੍ਰਿਤ ਛਕ ਕੇ ਰੱਬ ਮਿਲਦਾ, ਬਈ ਅੰਮ੍ਰਿਤ ਛਕੇ ਤੋਂ ਬਗੈਰ, ਗੁਰੂ ਧਾਰਨ ਕਰੇ ਤੋਂ ਬਗੈਰ ਰੱਬ ਨਹੀਂ ਮਿਲਦਾ। ਕਹਿੰਦਾ ਫਿਰ ਇਹ ਪਾਠ, ਕਹਿੰਦੇ ਪਾਠ ਕਰਨ ਤੋਂ ਇਹ ਕਹਿੰਦੇ ਵੀ ਧਨ ਦੌਲਤ ਹੋਰ ਮਿਲ ਜਾਂਦਾ। ਕਹਿੰਦਾ ਫਿਰ ਮੈਂ ਰੱਬ ਤੋਂ ਕੋਈ ਨੇੜੀਆਂ ਲੈਣੀਆਂ ਨੇ। ਆਪਾਂ ਤਾਂ ਸੋਹਣਾ ਜੀਵਨ ਚਾਹੀਦਾ ਹੈ, ਵਧੀਆ ਆਗਿਆਕਾਰੀ ਘਰ ਵਾਲੀ ਚਾਹੀਦੀ ਹੈ, ਘਰ ਨੋਟਾਂ ਨਾਲ ਭਰਿਆ ਹੋਣਾ ਚਾਹੀਦਾ, ਜਵਾਕ ਆਗਿਆਕਾਰੀ ਚਾਹੀਦੇ ਨੇ। ਆਪਾਂ ਨੇ ਅੰਮ੍ਰਿਤ ਕਾਹਦੇ ਬਾਅਦ, ਚਲੋ ਹੁਣ ਤਾਂ ਅੰਮ੍ਰਿਤ ਧਾਰ ਗਿਆ, ਛਕ ਲਿਆ, ਪਰ ਮਤਲਬ ਦੇਖੋ ਰੱਬ ਦੀ ਲੋੜ ਤਾਂ ਕੋਈ ਉਹ ਮਹਿਸੂਸ ਕਰਦਾ, ਨਾਮ ਜਪ ਤਾਂ ਕੋਈ ਉਹ ਮਹਿਸੂਸ ਕਰਦਾ। ਆਪਾਂ ਤਾਂ ਆਮ ਕਰਕੇ ਸੰਸਾਰਕ ਬੰਦੇ ਹਾਂ, ਆਪਾਂ ਰੱਬ ਤੋਂ ਇਹੀ ਕੁਛ ਮੰਗਦੇ ਹਾਂ। ਹਾਲਾਂਕਿ ਦੇਖੋ ਤੁਲਸੀ ਗੁਸਾਈ ਦਾਸ ਨੇ ਕਿੰਨਾ ਸੋਹਣਾ ਲਿਖਿਆ, ਉਹ ਕਹਿੰਦੇ ਸੁਤ ਦਾਰਾ ਅਰ ਲక్ష్ਮੀ ਸਾਖਤ ਕੇ ਵੀ ਹੋਏ, ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ। ਆਮ ਆਪਾਂ ਪੰਜਾਬੀ 'ਚ ਇਹ ਕਹਿੰਦੇ ਆ, ਕਹਿੰਦੇ ਰੁਪਈਆ ਪੈਸਾ ਤਾਂ ਕੰਜਰਾਂ ਕੋਲੇ ਵੀ ਵਾਧੂ ਹੁੰਦਾ, ਪਰ ਇੱਜ਼ਤ ਚਾਹੀਦੀ ਹੈ ਨਾ। ਚਲੋ ਮਹਾਰਾਜ ਜੀ ਕਹਿੰਦੇ ਜਦੋਂ ਪਰਮਾਤਮਾ ਕਿਰਪਾ ਕਰਦਾ ਨਾਮ ਦੀ ਦਾਤ ਤਾਂ ਉਦੋਂ ਮਿਲਦੀ ਹੈ, ਨਹੀਂ ਤਾਂ ਬਾਕੀ ਨਾ ਆਹ ਦੂਜੀਆਂ ਚੀਜ਼ਾਂ ਦੇਖੀ ਕਈ ਵਾਰੀ ਬੰਦਾ ਟਲ ਟੁਲ ਜਾਂਦਾ, ਲੈ ਉਧਰੇ ਬੈਠ ਜਾਂਦਾ। ਗੁਰਮੁਖ ਰਤਨ ਕੋ ਵਿਰਲਾ ਲੇਵੈ। ਹੁਣ ਸਾਧ ਸੰਗਤ ਜੀ ਕਹਿੰਦੇ ਗੁਰੂ ਦੇ ਰਾਹੀਂ ਨਾਮ ਦਾ ਰਤਨ ਕੋਈ ਉਹ ਬਿਰਲਾ ਖਰੀਦਦਾ, ਕਿਉਂਕਿ ਸਾਧ ਸੰਗਤ ਜੀ ਮਹਿੰਗੀ ਚੀਜ਼ ਹਰੇਕ ਨਹੀਂ ਖਰੀਦ ਸਕਦਾ। ਤੁਸੀਂ ਦੇਖਿਆ ਹੋਣਾ ਸਭ ਤੋਂ ਵੱਧ ਭੀੜ ਆ ਜਿਵੇਂ ਠੇਕਿਆਂ 'ਤੇ ਦਾਰੂ ਆਪਣਾ ਜਿਹੜਾ ਹੈ ਕਰਿਆਨੇ ਦੀਆਂ ਦੁਕਾਨਾਂ 'ਤੇ ਹੁੰਦੀ ਹੈ, ਸੁਨਿਆਰਿਆਂ ਦੀਆਂ ਦੁਕਾਨਾਂ 'ਤੇ ਉਦੋਂ ਘੱਟ ਭੀੜ ਹੁੰਦੀ ਹੈ। ਫਿਰ ਜਿੱਥੇ ਆ ਹੀਰੇ ਮੋਤੀ ਵਿਕਦੇ ਨੇ ਉੱਥੇ ਤਾਂ ਫਿਰ ਕੋਈ ਬਿਰਲਾ ਟਾਵਾਂ। ਹੁਣ ਕਦੇ ਆ ਬੰਦੂਕਾਂ ਦੀਆਂ ਦੁਕਾਨਾਂ 'ਤੇ ਭੀੜ ਦੇਖੀ ਹੈ ਕਦੇ? ਉਹਨਾਂ ਦੇਖੋ ਵਿਹਲੇ 'ਚ ਹੀ ਬੈਠੇ ਹੁੰਦੇ ਨੇ। ਮੈਂ ਸੋਚਿਆ ਰੋਟੀ ਕਿਵੇਂ ਖਾਂਦੇ ਹੋਣਗੇ। ਕਿਤੇ ਹੋਇਆ ਮਹੀਨੇ 'ਚ 1-2 ਗਾਹਕ ਆ ਗਏ, ਕਿਉਂਕਿ ਉਹ ਬਿਰਲਾ ਟਾਵਾਂ ਹੀ ਖਰੀਦਦਾ। ਮਹਿੰਗੀ ਵਸਤੂ ਦੇ ਗਾਹਕ ਸਾਰੇ ਨਹੀਂ ਹੁੰਦੇ, ਸਸਤੀਆਂ ਚੀਜ਼ਾਂ ਦੇ ਗਾਹਕ ਤਾਂ ਸਾਰੇ ਹੁੰਦੇ ਨੇ। ਆਹ ਸੇਲ ਲੱਗ ਜਾਂਦੀ ਨਾ 50-50 ਰੁਪਈਆਂ ਵਾਲੀਆਂ ਚੱਪਲਾਂ, ਮੇਰਾ ਖਿਆਲ ਉੱਥੇ ਸਿਰ ਭਿੜਦੇ ਹੁੰਦੇ ਨੇ, ਕੋਈ ਉੱਧਰ ਵੱਜਦਾ ਕੋਈ ਉੱਧਰ ਵੱਜਦਾ। ਹੁਣ ਜਿਹੜੇ ਵੱਡੇ ਮਹਿੰਗੇ ਉਹ ਨੇ ਉੱਥੇ ਕੋਈ ਹੋ ਜਾਂਦਾ, ਕਿਉਂਕਿ ਮਹਿੰਗੀ ਵਸਤੂ ਹੈ। ਹੁਣ ਨਾਮ ਦੀ ਵਸਤੂ ਵੀ ਬਹੁਤ ਮਹਿੰਗੀ ਆ, ਉਹਨੂੰ ਕੋਈ ਵਿਰਲਾ, ਸਤਿਗੁਰੂ ਨੇ ਵਿਰਲਾ ਕਿਹਾ, ਕੋਈ ਵਿਰਲਾ ਟਾਵਾਂ ਉਹਨੂੰ ਖਰੀਦਦਾ ਗੁਰੂ ਦੇ ਰਾਹੀਂ। ਨਾਨਕ ਗੁਣ ਗਾਵੈ ਹਰ ਅਲਖਾ ਭੇਵੈ। ਕਹਿੰਦੇ ਕਹਿੰਦੇ ਫਿਰ ਨਾਨਕ ਦੇ ਕੱਕੇ ਨੂੰ ਔਂਕੜ ਲਾਈ ਆ ਗੁਰੂ ਮਹਾਰਾਜ ਨੇ, ਉਹਦੇ ਵਿੱਚ ਭਾਵ ਮੈਂ ਸ਼ਾਮਲ ਹਾਂ। ਹੁਣ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੈਂ ਨਾਨਕ ਉਸ ਜਿਹੜਾ ਅਭੇਦ ਤੋਂ ਪਰੇ ਹੈ ਪਰਮਾਤਮਾ, ਲਖਤਾ ਤੋਂ ਪਰੇ ਹੈ ਪਰਮਾਤਮਾ, ਉਹਦੇ ਗੁਣ ਮੈਂ ਗਾਉਣਾ, ਮੈਂ ਗਾਉਣਾ।
ਹਰ ਆਪੇ ਕਿਰਪਾ ਕਰੇ ਨਾਮ ਦੇਵੈ। ਹਰ ਆਪੇ ਕਿਰਪਾ ਕਰੇ ਨਾਮ ਦੇਵੈ। ਗੁਰਮੁਖ ਰਤਨ ਕੋ ਵਿਰਲਾ ਲੇਵੈ। ਗੁਰਮੁਖ ਰਤਨ ਕੋ ਵਿਰਲਾ ਲੇਵੈ। ਨਾਨਕ ਗੁਣ ਗਾਵੈ ਹਰ ਅਲਖ ਅਭੇਵੈ। ਨਾਨਕ ਗੁਣ ਗਾਵੈ ਹਰ ਅਲਖ ਅਭੇਵੈ। ਸਾਧ ਸੰਗਤ ਜੀ, ਸਮਾਂ ਹੋ ਗਿਆ। ਗਰੀਬ ਨਵਾਜ਼ ਨੇ ਇਸ ਸ਼ਬਦ ਦੇ ਵਿੱਚ ਇਹੀ ਆਪਾਂ ਨੂੰ ਸਿੱਖਿਆ ਦਿੱਤੀ ਹੈ। ਇਹ ਮਨ ਦੇ ਨਾਲ ਇਹ ਸਵਾਰਨਾ ਹੈ, ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਨਾ ਹੈ। ਉਹਦੀ ਕਿਰਪਾ ਦੀ ਮੰਗ ਹਰ ਵੇਲੇ ਪਹਿਲ ਦੇ ਆਧਾਰ 'ਤੇ ਮੰਗਣੀ ਹੈ। ਧੀਆਂ ਪੁੱਤ ਆਪਾਂ ਸੰਸਾਰੀ ਬੰਦਿਆਂ ਨੇ ਮੰਗਣੇ ਨੇ, ਪਰ ਸਭ ਤੋਂ ਪਹਿਲਾਂ ਉਹਦੀ ਕਿਰਪਾ ਉਹ ਆਪਾਂ ਜ਼ਰੂਰ ਮੰਗਣੀ ਹੈ ਨਾ। ਗੁਰਸਿੱਖੀ ਜੀਵਨ ਜੋੜ ਕੇ ਰੱਖੇ। ਬੇਅੰਤ ਕਿਸਮ ਦੀਆਂ ਗਲਤੀਆਂ ਸਤਿਗੁਰੂ ਦੀ ਪਵਿੱਤਰ ਪਾਵਨ ਬਾਣੀ ਦੀ ਕਥਾ ਵਾਰਤਾ ਕਰਦਿਆਂ, ਸ਼ਬਦ ਵਿਚਾਰਾਂ ਕਰਦਿਆਂ ਹੋਈਆਂ ਹੋਣਗੀਆਂ। ਦਾਸ ਖੇਮਾਂ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।